ਦੋਸਤੋ, ਸਤਵਿੰਦਰ ਸਿੰਘ ਮੜੌਲਵੀ ਇੱਕ ਨੌਜਵਾਨ ਲੇਖਕ ਹਨ। ਇਹਨਾਂ ਨੇ ਪੰਜਾਬੀ ਕਵਿਤਾ, ਬਾਲ ਸਾਹਿਤ, ਜੀਵਨੀ ਸਾਹਿਤ, ਕਹਾਣੀ, ਮਿੰਨੀ ਕਹਾਣੀ ਅਤੇ ਨਾਵਲ ਦੇ ਖੇਤਰ ਦੇ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਅੱਜ ਇਹ ਸਾਡੇ ਇੱਕ ਸਾਹਿਤਕ ਚੈਨਲ ਸਾਹਿਤਕ ਸੰਗਤ ਦੇ ਵਿਹੜੇ ਵਿੱਚ ਆਏ ਹਨ। ਅੱਜ ਅਸੀਂ ਇਹਨਾਂ ਦੇ ਨਾਲ ਇੱਕ ਭਰਵੀਂ ਮੁਲਾਕਾਤ ਕਰਕੇ ਇਹਨਾਂ ਦੀ ਸਾਹਿਤ ਸਿਰਜਣ ਪ੍ਰਕਿਰਿਆ, ਇਹਨਾਂ ਦੇ ਰਚੇ ਸਾਹਿਤ ਅਤੇ ਜੀਵਨ ਦੇ ਹੋਰ ਪੱਖਾਂ ਬਾਰੇ ਗੱਲਬਾਤ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁਲਾਕਾਤ ਨੂੰ ਤੁਸੀਂ ਬਹੁਤ ਪਸੰਦ ਕਰੋਗੇ ਅਤੇ ਅਜਿਹੀਆਂ ਮੁਲਾਕਾਤਾਂ ਇਸ ਚੈਨਲ ਤੋਂ ਪੇਸ਼ ਕੀਤੀਆਂ ਜਾਂਦੀਆਂ ਰਹਿਣਗੀਆਂ ਅਤੇ ਤੁਸੀਂ ਇਸ ਚੈਨਲ ਨੂੰ ਆਪਣਾ ਭਰਪੂਰ ਪਿਆਰ ਦਿਓਗੇ। ਇਸ ਉਮੀਦ ਦੇ ਨਾਲ ਅਸੀਂ ਸਤਵਿੰਦਰ ਸਿੰਘ ਮੜੌਲਵੀ ਜੀ ਦੇ ਨਾਲ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਸਤਵਿੰਦਰ ਜੀ, ਤੁਹਾਡਾ ਜਨਮ 1974 ਵਿੱਚ ਹੁੰਦਾ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਸਮੇਂ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ, ਬਚਪਨ ਤੁਹਾਡਾ ਕਿਸ ਤਰ੍ਹਾਂ ਬੀਤਿਆ, ਇਸ ਦੇ ਬਾਰੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਗੁਰਿੰਦਰ ਸਿੰਘ ਕਲਸੀ ਸਾਹਿਬ ਜੀ ਤੁਹਾਡਾ ਤੇ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਤੁਸੀਂ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਮੇਰਾ ਬਚਪਨ ਪਿੰਡ ਮੜੌਲੀ ਕਲਾਂ ਦੇ ਵਿੱਚ ਹੋਇਆ ਜੀ, 1974 ਦੇ ਵਿੱਚ ਸਤੰਬਰ 'ਚ। ਤੇ ਬਚਪਨ ਮੇਰਾ ਆਮ ਪੇਂਡੂ ਬੱਚਿਆਂ ਵਾਂਗ ਹੀ ਗੁਜ਼ਰਿਆ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੈਂ 5ਵੀਂ ਜਮਾਤ ਪਾਸ ਕੀਤੀ। ਉਸ ਤੋਂ ਬਾਅਦ ਪਿੰਡ ਵਿੱਚ ਹੀ ਸਾਡਾ ਹਾਈ ਸਕੂਲ ਜਿਹੜਾ ਬਣਿਆ ਹੋਇਆ ਹੈ, ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ, ਉੱਥੋਂ ਮੈਂ 10ਵੀਂ, ਕੁਰਾਲੀ ਖਾਲਸਾ ਸਕੂਲ ਤੋਂ +2 ਤੇ ਸਰਕਾਰੀ ਕਾਲਜ ਫੇਜ਼ 6 ਮੋਹਾਲੀ ਦੇ ਵਿੱਚ ਮੈਂ BA ਕੀਤੀ ਤੇ MA ਮੈਂ ਪ੍ਰਾਈਵੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ B.Ed ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ। ਸਤਵਿੰਦਰ ਜੀ, ਤੁਹਾਨੂੰ ਜਿਹੜਾ ਸਾਹਿਤ ਦੀ ਚੇਟਕ ਆ, ਇਹ ਕਦੋਂ ਲੱਗੀ? ਕੀ ਤੁਸੀਂ ਬਚਪਨ ਤੋਂ ਹੀ ਲਿਖਦੇ ਹੋ ਜਾਂ ਤੁਹਾਡੇ ਆਲੇ ਦੁਆਲੇ ਕੋਈ ਸਾਹਿਤਕਾਰ ਸੀ ਜਾਂ ਸਾਹਿਤ ਸਭਾ ਸੀ? ਅਜਿਹਾ ਕੀ ਸੀ ਕਿ ਤੁਸੀਂ ਸਾਹਿਤ ਦੀ ਸਿਰਜਣਾ ਵੱਲ ਖਿੱਚੇ ਗਏ? ਜਦੋਂ ਮੈਂ 10ਵੀਂ ਜਮਾਤ ਵਿੱਚ ਪੜ੍ਹਦਾ ਸੀ, ਉਸ ਸਮੇਂ ਨਿਊਜ਼ਪੇਪਰ ਆਉਂਦੇ ਸੀ, ਪੰਜਾਬੀ ਦੇ ਅਖਬਾਰ ਜਾਂ ਕੋਈ ਰਸਾਲਾ, ਤਾਂ ਉਹਦੇ ਵਿੱਚ ਜਦੋਂ ਮੈਂ ਕੋਈ ਰਚਨਾ ਬਾਲ ਸਾਹਿਤ ਦੀ ਦੇਖਦਾ ਸੀ ਤਾਂ ਉਸ ਸਮੇਂ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਸੀ ਕਿ ਮੈਂ ਵੀ ਕੁਝ ਇਸ ਤਰ੍ਹਾਂ ਦਾ ਲਿਖ ਸਕਾਂ। ਸੋ ਬਾਲ ਸਾਹਿਤ ਦੀਆਂ ਜਿਹੜੀਆਂ ਕਵਿਤਾਵਾਂ ਹੈ, ਉਹੀ ਮੇਰਾ ਪ੍ਰੇਰਨਾ ਸਰੋਤ ਬਣੀਆਂ ਤੇ ਮੇਰੇ ਖਿਆਲ ਵੀ ਮੈਂ ਪਹਿਲੀ ਰਚਨਾ ਜਿਹੜੀ ਹੈ ਉਹ 9ਵੀਂ ਜਾਂ 10ਵੀਂ ਜਮਾਤ ਦੇ ਵਿੱਚ ਬੱਚਿਆਂ ਦੀ ਲਿਖੀ ਸੀ। ਕੀ ਤੁਸੀਂ ਸੁਣਾ ਸਕਦੇ ਹੋ ਕਵਿਤਾ? ਤੁਹਾਡੇ ਯਾਦ ਹੈ ਕਿ ਕਿਸ ਚੀਜ਼ ਬਾਰੇ ਸੀ ਕਵਿਤਾ? ਉਹ ਸ਼ਾਇਦ ਮੇਰੇ ਕੁਛ ਪੂਰੀ ਤਰ੍ਹਾਂ ਯਾਦ ਨਹੀਂ, ਪਰ ਤਾਰਿਆਂ ਬਾਰੇ ਸੀ। ਕੋਈ ਤਾਰੇ ਤਾਰੇ ਬੜੇ ਪਿਆਰੇ ਲੱਗਦੇ ਮੈਨੂੰ, ਬੜੇ ਪਿਆਰੇ ਤਾਰੇ ਬੜੇ ਪਿਆਰੇ, ਕੁਛ ਇਸ ਤਰ੍ਹਾਂ ਦੀ ਰਚਨਾ ਸੀ ਉਹ, ਪਰ ਉਹ ਮੈਂ ਉਹਨੂੰ ਲਿਖ ਨਹੀਂ ਸਕਿਆ। ਅੱਛਾ, ਇਸ ਤਰ੍ਹਾਂ ਦੀ ਪ੍ਰੇਰਨਾ ਤੁਹਾਨੂੰ ਤਾਰਿਆਂ ਤੋਂ ਮਿਲੀ ਜਾਂ ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਮੈਂ ਲਿਖਾਂ? ਤਾਰਿਆਂ ਬਾਰੇ ਸੋਚ ਕੇ ਲਿਖਿਆ ਜਾਂ ਕਿਸ ਤਰ੍ਹਾਂ, ਕੀ ਕੀਤਾ? ਇਹ ਉਸ ਸਮੇਂ ਅਸੀਂ ਕੋਠੇ 'ਤੇ ਸੌਂਦੇ ਹੁੰਦੇ ਸੀ ਬਚਪਨ ਦੇ ਵਿੱਚ, ਅਤੇ ਰਾਤ ਨੂੰ ਜਦੋਂ ਬੜਾ ਠੰਡੀ ਠੰਡੀ ਹਵਾ ਚੱਲਣੀ ਤਾਂ ਕੋਠੇ 'ਤੇ ਪੈਣਾ, ਸੌਣਾ ਬੜਾ ਚੰਗਾ ਲੱਗਦਾ ਸੀ ਅਤੇ ਕੁਦਰਤ ਦੇ ਨਾਲ ਜੁੜਨਾ ਬੜਾ ਚੰਗਾ ਲੱਗਦਾ ਸੀ। ਅਤੇ ਜਦੋਂ ਫਿਰ ਤਾਰਿਆਂ ਨੂੰ ਮੈਂ ਦੇਖਿਆ ਰਾਤ ਨੂੰ ਤਾਂ ਮੈਨੂੰ ਉਹ ਬੜੇ ਚੰਗੇ ਲੱਗੇ, ਤਾਂ ਇੱਕ ਕਵਿਤਾ ਮੇਰੇ ਮਨ ਦੇ ਵਿੱਚ ਆਈ ਅਤੇ ਫਿਰ ਮੈਂ ਉਹਨੂੰ ਰਚਨਾ ਬਾਲ ਸਾਹਿਤ ਦਾ ਰੂਪ ਦਿੱਤਾ। ਠੀਕ ਹੈ ਸੁੰਦਰ ਜੀ, ਇਸ ਤਰ੍ਹਾਂ ਦੱਸੋ ਕਿ ਤੁਹਾਡੀ ਪਹਿਲੀ ਰਚਨਾ ਕਿਹੜੇ ਰਸਾਲੇ ਵਗੈਰਾ ਵਿੱਚ ਛਪੀ ਜਾਂ ਅਖਬਾਰ ਵਿੱਚ ਛਪੀ? ਕਿਉਂਕਿ ਪਹਿਲੀ ਰਚਨਾ ਛਪਣ ਦਾ ਲੇਖਕ ਨੂੰ ਬਹੁਤ ਚਾਅ ਹੁੰਦਾ ਹੈ ਜੀ। ਤਾਂ ਉਹ ਜਿਹੜਾ ਚਾਅ ਤੁਸੀਂ ਮਾਣਿਆ, ਜੋ ਤੁਸੀਂ ਖੁਸ਼ੀ ਮਹਿਸੂਸ ਕੀਤੀ, ਉਹਦੇ ਬਾਰੇ ਕੋਈ ਤੁਹਾਡੇ ਯਾਦ ਵਿੱਚ ਕੋਈ ਚੀਜ਼ ਹੈ? ਹਾਂਜੀ, ਮੈਂ ਲਿਖਾਰੀ ਸਭਾ ਕੁਰਾਲੀ ਦੇ ਨਾਲ ਜੁੜ ਗਿਆ ਸੀ। ਜਦੋਂ ਮੈਂ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਉੱਥੇ ਖਾਲਸਾ ਸਕੂਲ ਦੇ ਵਿੱਚ ਸਾਡੀ ਉੱਥੇ ਸਭਾ ਬਣੀ ਹੋਈ ਸੀ। ਉਹਦੇ ਪ੍ਰਧਾਨ ਮਹਿੰਦਰ ਸਿੰਘ ਸਾਦਕ ਸਨ, ਜਿਹੜੇ ਅੱਛੇ ਗਜ਼ਲਗੋ ਸਨ, ਅਤੇ ਉਹਨਾਂ ਨੇ ਮੇਰੀ ਰਚਨਾ ਇੱਕ ਉਸ ਸਮੇਂ ਅਕਾਲੀ ਪੱਤਰਕਾਰ ਨੂੰ ਭੇਜੀ ਅਤੇ ਉਹ ਮੇਰੇ ਕੋਲ ਕਵਿਤਾ ਵੈਸੇ ਹੈਗੀ ਆ, ਗਜ਼ਲ ਦਾ ਇੱਕ ਰੂਪ ਸੀ ਉਹ, ਅਤੇ ਉਹ ਕਰ ਸ਼ਿਕਵੇ ਗਿਲੇ ਤੂੰ ਨਾਲ ਸਾਨੂੰ
ਕਰ ਸ਼ਿਕਵੇ ਗਿਲੇ ਤੂੰ ਨਾਲ ਸਾਡੇ, ਗਲਤੀ ਸਾਡੀ ਦਾ ਸਾਨੂੰ ਅਹਿਸਾਸ ਹੋਵੇ। ਕੁਛ ਇਸ ਤਰ੍ਹਾਂ ਦੀ ਰਚਨਾ ਸੀ ਉਹ, ਅਤੇ ਮੇਰੇ ਕੋਲ ਉਹ ਸੰਭੀ ਹੋਈ ਆ, ਅਤੇ 1992 ਜਾਂ 93 ਦੇ ਵਿੱਚ ਉਹ ਮੇਰੀ ਪਹਿਲੀ ਰਚਨਾ ਛਪੀ ਸੀ। ਠੀਕ ਹੈ, ਬਹੁਤ ਅੱਛੀ ਗੱਲ ਹੈ। ਅਤੇ ਅਸੀਂ ਦੇਖਿਆ ਕਿ ਤੁਹਾਡੀਆਂ ਬਾਲ ਸਾਹਿਤ ਦੀਆਂ ਕਿਤਾਬਾਂ ਜ਼ਿਆਦਾ ਨੇ, ਤੁਸੀਂ ਬਾਲ ਸਾਹਿਤ ਤੋਂ ਹੀ ਲਿਖਣਾ ਸ਼ੁਰੂ ਕੀਤਾ। ਅਤੇ ਬਾਲ ਸਾਹਿਤ ਦੀ ਜ਼ਰੂਰਤ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਸਾਡੇ ਜਿਹੜੇ ਬੱਚੇ ਆ, ਕੀ ਉਹ ਬਾਲ ਸਾਹਿਤ ਨੂੰ ਪੜ੍ਹਦੇ ਆ ਜਾਂ ਨਹੀਂ, ਕਿ ਬਾਲ ਸਾਹਿਤ ਦਾ ਪਾਠਕ ਸਾਡੇ ਕੋਲ ਹੈ, ਕੀ ਬੱਚੇ ਇਸ ਤੋਂ ਕੁਝ ਫਾਇਦਾ ਲੈ ਸਕਦੇ ਨੇ? ਦੇਖੋ ਜੀ, ਬਾਲ ਸਾਹਿਤ ਜਿਹੜਾ ਹੈਗਾ, ਮੈਨੂੰ ਬਾਲ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਮੇਰੇ ਦੋਏ ਮਨਪਸੰਦ ਦੇ ਵਿਸ਼ੇ ਆ, ਅਤੇ ਬਾਲ ਸਾਹਿਤ ਬਾਰੇ ਮੈਂ ਕਾਫੀ ਲਿਖਿਆ ਹੈ, ਔਰ ਸ਼ੁਰੂ ਤੋਂ ਹੀ ਬੱਚਿਆਂ ਦੇ ਨਾਲ ਮੈਨੂੰ ਪਿਆਰ ਰਿਹਾ ਹੈ, ਅਤੇ ਮੈਨੂੰ ਚੰਗਾ ਲੱਗਦਾ ਹੈ ਕਿ ਬੱਚਿਆਂ ਦੇ ਨਾਲ ਗੱਲਾਂ ਕਰਨੀਆਂ, ਉਹਨਾਂ ਦੇ ਬਾਰੇ ਕੋਈ ਗੱਲਬਾਤ ਕਰਨੀ। ਅਤੇ ਜਿੱਥੇ ਤੱਕ ਬਾਲ ਸਾਹਿਤ ਨੂੰ ਪੜ੍ਹਨ ਦੀ ਗੱਲ ਆ, ਅਤੇ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਜੇ ਅੱਜ ਦੀ ਗੱਲ ਕਰਾਂ ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਬੱਚਿਆਂ ਨੂੰ ਕਿ ਉਹਨਾਂ ਨੂੰ ਮੈਂ ਵੱਧ ਤੋਂ ਵੱਧ ਬਾਲ ਸਾਹਿਤ ਦੀਆਂ ਪੁਸਤਕਾਂ ਉਹਨਾਂ ਤੱਕ ਪਹੁੰਚਦੀਆਂ ਕਰਾਂ। ਆਪਣੀ ਰਿਸ਼ਤੇਦਾਰੀ ਦੇ ਵਿੱਚ ਆਪਣੇ ਜਾਣੂ ਬੱਚੇ ਜਿਹੜੇ ਮੇਰੇ ਹੈਗੇ ਆ, ਤਾਂ ਉਹਨਾਂ ਨੂੰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੀਆਂ ਕਿਤਾਬਾਂ ਅਤੇ ਜਾਂ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਮੈਗਜ਼ੀਨ ਛਪਦੇ ਆ, ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ, ਉਹਦੇ ਵਿੱਚ ਮੇਰੀਆਂ ਪਹਿਲਾਂ ਵੀ ਬਹੁਤ ਸਾਲ ਪਹਿਲਾਂ ਰਚਨਾਵਾਂ ਛਪਦੀਆਂ ਰਹੀਆਂ, ਅਤੇ ਹੁਣ ਮੇਰੀਆਂ ਲਗਾਤਾਰ ਰਚਨਾਵਾਂ ਉਹਦੇ ਵਿੱਚ ਛਪ ਰਹੀਆਂ, ਕਹਾਣੀ ਕਵਿਤਾ, ਅਤੇ ਮੈਂ ਉਹ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੰਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜੀਏ, ਉਹਨਾਂ ਨੂੰ ਉਹਨਾਂ ਦੇ ਰੁਚੀ ਦੇ ਮੁਤਾਬਕ ਪੜ੍ਹਨ ਵਾਸਤੇ ਕੁਛ ਦਈਏ, ਤਾਂ ਬੱਚੇ ਉਸ ਤੋਂ ਜ਼ਰੂਰ ਸਿੱਖਦੇ ਆ ਅਤੇ ਬਾਲ ਸਾਹਿਤ ਨੂੰ ਪਿਆਰ ਕਰਦੇ। ਤੁਸੀਂ ਬਾਲ ਸਾਹਿਤ ਦੀ ਸਿਰਜਣਾ ਕਰਦੇ ਹੋ, ਅਤੇ ਬਾਲ ਸਾਹਿਤ ਹੋਰ ਵੀ ਬਹੁਤ ਸਾਰੇ ਲੇਖਕ ਲਿਖ ਰਹੇ ਹਨ, ਅਤੇ ਉਸ ਸਮੇਂ ਤੁਸੀਂ ਕਿਸੇ ਬਾਲ ਸਾਹਿਤ ਦੇ ਲੇਖਕ ਤੋਂ ਜਾਂ ਹੋਰ ਕਿਹੜੇ ਬਾਲ ਸਾਹਿਤ ਦੇ ਲੇਖਕਾਂ ਤੋਂ ਤੁਸੀਂ ਪ੍ਰਭਾਵਿਤ ਹੋਏ? ਮੇਰਾ ਜ਼ਿਆਦਾਤਰ ਮੈਂ ਰਚਨਾ ਮਨਮੋਹਨ ਸਿੰਘ ਦਾਊਂ ਸਾਹਿਬ ਦੀ ਰਚਨਾ ਬਾਲ ਸਾਹਿਤ ਪੜ੍ਹੀ ਆ। ਇਸ ਤੋਂ ਇਲਾਵਾ ਹੋਰ ਵੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਮੈਂ ਪੜ੍ਹੀਆਂ ਹੈ। ਦਰਸ਼ਨ ਸਿੰਘ ਆਸਟ ਉਹਨਾਂ ਨੂੰ ਪੜ੍ਹਿਆ, ਅਤੇ ਉਹ ਰਚਨਾਵਾਂ ਮੈਨੂੰ ਉਹਨਾਂ ਦੀਆਂ ਬੜੀਆਂ ਬੱਚਿਆਂ ਦੇ ਨੇੜੇ ਲੱਗੀਆਂ ਕਿ ਬੱਚਿਆਂ ਨੂੰ ਵਧੀਆ ਸੇਧ ਉਹ ਦਿੰਦੀਆਂ, ਅਤੇ ਮੇਰੇ ਮਨ ਦੇ ਵਿੱਚ ਵੀ ਇਹ ਗੱਲ ਆਈ ਕਿ ਮੈਂ ਬੱਚਿਆਂ ਨੂੰ ਸਰਲ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਦੱਸ ਸਕਾਂ। ਅਤੇ 1917 ਦੇ ਵਿੱਚ 2017 ਦੇ ਵਿੱਚ ਮੇਰੀ ਕਿਤਾਬ ਜਿਹੜੀ ਹੈਗੀ ਆ, ਸੋਹਣਾ ਮੇਰਾ ਪੰਜਾਬ ਬੇਲੀਓ, ਇਹ ਕਿਤਾਬ ਹੈ, ਸੰਗਮ ਪਬਲੀਕੇਸ਼ਨ ਸਮਾਣਾ ਨੇ ਛਾਪੀ ਸੀ। ਇਹਦੇ ਵਿੱਚ ਮੈਂ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਹੈ ਉਹ ਬੱਚਿਆਂ ਦੇ ਹਾਣ ਦੀਆਂ ਜਿਹੜੀਆਂ ਹੈਗੀਆਂ ਉਹ ਲਿਖੀਆਂ, ਜਿਹਦੇ ਵਿੱਚ ਰਿਸ਼ਤਾ ਨਾਤਾ ਪ੍ਰਣਾਲੀ ਹੈ ਸਾਡੀ, ਅਤੇ ਸਾਡਾ ਸੱਭਿਆਚਾਰ ਹੈ, ਮਾਂ ਬੋਲੀ ਬਾਰੇ, ਔਰ ਕੁਦਰਤ ਨਾਲ ਬੱਚਿਆਂ ਨੂੰ ਜੋੜਨ ਦੀਆਂ ਜਿਹੜੀਆਂ ਕਵਿਤਾਵਾਂ ਹੈ ਉਹ ਨੈਤਿਕ ਸਿੱਖਿਆ ਦਿੰਦੀਆਂ, ਇਹਦੇ ਵਿੱਚ ਸ਼ਾਮਲ ਕੀਤੀਆਂ। ਆਪਾਂ ਦੇਖਦੇ ਹਾਂ ਕਿ ਬੱਚੇ ਅੱਜ ਕੱਲ੍ਹ ਟੈਲੀਵਿਜ਼ਨ ਦੇ ਵੱਲ ਜ਼ਿਆਦਾ ਰੁਚਿਤ ਆ, ਜਾਂ ਮੋਬਾਈਲ ਦੇ ਵਿੱਚ ਉਹ ਵੀਡੀਓਜ਼ ਦੇਖਦੇ ਆ। ਸਤਵਿੰਦਰ ਜੀ, ਤੁਸੀਂ ਕੀ ਸਮਝਦੇ ਆ ਵੀ ਜੇਕਰ ਆਪਣਾ ਬਾਲ ਸਾਹਿਤ ਕਾਰਟੂਨਾਂ ਦੇ ਰੂਪ ਦੇ ਵਿੱਚ ਜਾਂ ਐਨੀਮੇਸ਼ਨ ਦੇ ਰੂਪ ਦੇ ਵਿੱਚ ਬੱਚੇ ਦੇ ਸਾਹਮਣੇ ਆ ਜਾਵੇ, ਤਾਂ ਕਿ ਉਹ ਕਿਤਾਬਾਂ ਦੇ ਨਾਲੋਂ ਉਸ ਗੱਲ ਵੱਲ ਜ਼ਿਆਦਾ ਨਹੀਂ ਖਿੱਚੇ ਜਾਣਗੇ? ਦੇਖੋ, ਤੁਹਾਡਾ ਸੁਝਾਅ ਠੀਕ ਹੈ ਵੈਸੇ, ਕਿਉਂਕਿ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਸਮਾਂ ਹੈ, ਇੰਟਰਨੈੱਟ 'ਤੇ ਬੱਚੇ ਜ਼ਿਆਦਾ ਜੁੜੇ ਹੋਏ ਹੁੰਦੇ ਆ, ਮੋਬਾਈਲ 'ਤੇ ਵੀ, ਪਰ ਉਹਨਾਂ ਨੂੰ ਆਪਾਂ ਨਿਰਾਪੁਰਾ ਇਹ ਤਾਂ ਨਹੀਂ ਕਹਿ ਸਕਦੇ ਵੀ ਕਾਰਟੂਨ ਦੇ ਰਾਹੀਂ ਹੀ ਉਹਨਾਂ ਨੂੰ ਜ਼ਿਆਦਾ ਆਪਾਂ ਕੁਛ ਇਸ ਤਰ੍ਹਾਂ ਦਾ ਕਰੀਏ। ਥੋੜ੍ਹੀ ਬਹੁਤੀ ਚੇਟਕ ਉਹਨਾਂ ਨੂੰ ਜ਼ਰੂਰ ਲੱਗ ਸਕਦੀ ਆ ਬਾਲ ਸਾਹਿਤ ਦੀ, ਕੁਛ ਕਹਾਣੀਆਂ ਦੇਖ ਕੇ, ਪਰ ਮੈਨੂੰ ਲੱਗਦਾ ਹੈ ਕਿ ਜੇ ਉਹ ਕਿਤਾਬ ਦੇ ਨਾਲ ਜੁੜਨ, ਜਿਹੜੀ ਪ੍ਰਿੰਟ ਹੋਈ ਆ, ਅਤੇ ਉਹਦੇ ਨਾਲ ਬੱਚਾ ਜਿਹੜਾ ਹੈਗਾ ਉਹ ਜ਼ਿਆਦਾ ਇਕਾਗਰ ਹੋ ਕੇ ਇਹਨੂੰ ਪੜ੍ਹ ਸਕਦਾ ਹੈ, ਔਰ ਬਾਲ ਸਾਹਿਤ ਦੇ ਨਾਲ ਖੁਦ ਸਿਰਜਣਾ ਵੀ ਉਹਨੂੰ ਕਰਨ ਦੀ ਜਿਹੜੀ ਹੈਗੀ ਉਹ ਆਦਤ ਪਊਗੀ। ਬਹੁਤ ਅੱਛੀ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਲੇਖਕ ਹਾਂ, ਜੇਕਰ ਸਾਡੇ ਬੱਚੇ ਸਾਹਿਤ ਪੜ੍ਹਨ ਦੀ ਉਹਨਾਂ ਨੂੰ ਆਦਤ ਹੋਏਗੀ, ਤਾਂ ਹੀ ਉਹ ਵੱਡੇ ਹੋ ਕੇ ਸਾਡੇ ਪਾਠਕ ਬਣਨਗੇ। ਲੇਖਕਾਂ ਦੀ ਕਿਤਾਬਾਂ ਨੂੰ ਉਹਨਾਂ ਨੇ ਪੜ੍ਹਨਾ ਹੈ ਅਤੇ ਉਹ ਖੁਦ ਵੀ ਲਿਖਣ ਦੇ ਵੱਲ ਚੱਲ ਸਕਦੇ ਆ। ਅਤੇ ਬਹੁਤ ਅੱਛਾ ਲੱਗਿਆ ਕਿ ਤੁਸੀਂ ਬਾਲ ਸਾਹਿਤ ਦੇ ਨਾਲ ਸ਼ੁਰੂਆਤ ਕੀਤੀ, ਅਤੇ ਤੁਹਾਡੀਆਂ ਹੋਰ ਕਿਹੜੀ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਇਹ ਮੇਰੀ ਪਹਿਲੀ ਕਿਤਾਬ ਹੈ, ਸੋਹਣਾ ਮੇਰਾ ਪੰਜਾਬ ਬੇਲੀਓ, ਅਤੇ ਉਸ ਤੋਂ ਬਾਅਦ ਮੇਰੀ ਕਿਤਾਬ ਆਈ ਸੀ ਰੋਡ ਸੇਫਟੀ ਜੀਵਨ ਸੁਰੱਖਿਆ। ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ ਨੇ ਛਾਪੀ ਆ, ਅਤੇ ਇਹਦੇ ਵਿੱਚ ਮੈਂ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਬੜੀ ਸਰਲਤਾ ਦੇ ਨਾਲ, ਬੜੇ ਸੰਖੇਪ ਰੂਪ ਦੇ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਆ, ਤਾਂ ਜੋ ਉਹ, ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਟ੍ਰੈਫਿਕ ਬੜੀ ਆ, ਸੜਕਾਂ 'ਤੇ ਨੁਕਸਾਨ ਹੁੰਦੇ ਆ, ਹਾਦਸੇ ਹੁੰਦੇ ਆ, ਅਤੇ ਤਾਂ ਜੋ ਮਤਲਬ ਛੋਟੀ ਜਿਹੀ ਕਿਤਾਬ ਪੜ੍ਹ ਕੇ ਸ਼ਾਇਦ ਬੱਚੇ ਇਸ ਤੋਂ ਕੁਝ ਸਿੱਖ ਸਕਣ। ਔਰ ਇਹ ਕਿਤਾਬ ਜਿਹੜੀ ਹੈ ਹਰੇਕ ਵਾਰ ਲਾਇਬ੍ਰੇਰੀ ਦੇ ਵਿੱਚ, ਸਕੂਲਾਂ ਦੀਆਂ ਪੰਜਾਬ ਭਰ ਦੀਆਂ ਲਾਇਬ੍ਰੇਰੀਆਂ ਵਿੱਚ ਜਾਂਦੀ ਹੈ, ਕਿਉਂਕਿ ਜਦੋਂ ਵੀ ਗ੍ਰਾਂਟ ਆਉਂਦੀ ਹੈ ਤਾਂ ਕਿਤਾਬ ਉਹਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ।
ਠੀਕ ਹੈ ਜੀ, ਬਹੁਤ ਅੱਛੀ ਗੱਲ ਹੈ ਕਿ ਬੱਚਿਆਂ ਨੂੰ ਸੜਕ ਦੇ ਸੁਰੱਖਿਆ ਦੇ ਨਿਯਮਾਂ ਬਾਰੇ ਵੀ ਅਸੀਂ ਜਾਣਕਾਰੀ ਦੇ ਸਕਦੇ ਹਾਂ ਬਾਲ ਸਾਹਿਤ ਦੇ ਜ਼ਰੀਏ। ਹਾਂਜੀ। ਤੇ ਇਹ ਮੇਰੀ ਅਗਲੀ ਕਿਤਾਬ ਜਿਹੜੀ ਹੈਗੀ ਆ ਉੱਡ ਪੁੱਡ ਗਏ ਚਿੜੀਆਂ ਦੇ ਚੰਬੇ। ਅਸਲ ਦੇ ਵਿੱਚ ਇਹ ਕਿਤਾਬ, ਕਿਉਂਕਿ ਮੈਨੂੰ ਬਚਪਨ ਤੋਂ ਹੀ ਪੰਛੀਆਂ ਦੇ ਨਾਲ, ਫੁੱਲਾਂ ਦੇ ਨਾਲ, ਕੁਦਰਤ ਦੇ ਨਾਲ ਪਿਆਰ ਹੈ। ਤੇ ਘਰੇਲੂ ਚਿੜੀਆਂ ਜਿਹੜੀਆਂ ਸਾਡੀਆਂ ਅੱਜ ਸਾਡੇ ਆਲੇ ਦੁਆਲੇ ਵਿੱਚ ਨਹੀਂ ਰਹੀਆਂ, ਕਦੇ ਹਰ ਘਰ ਦਾ ਸ਼ਿੰਗਾਰ ਹੁੰਦੀਆਂ ਸੀ, ਉਹਨਾਂ ਚਿੜੀਆਂ ਨੂੰ ਆਧਾਰ ਬਣਾ ਕੇ ਮੈਂ ਇਹ ਪੁਸਤਕ ਰਚੀ ਆ। ਔਰ ਵੈਸੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਵੀ ਪੁਸਤਕ ਇਹ ਗਈ ਆ, ਪਰ ਇਹਨੂੰ ਵੱਡੇ ਵੀ ਪੜ੍ਹ ਸਕਦੇ ਆ, ਪਰ ਫਿਰ ਵੀ ਮੈਨੂੰ ਬਾਲ ਸਾਹਿਤ ਦੀ ਕੈਟਾਗਰੀ 'ਚ। ਠੀਕ ਹੈ ਜੀ। ਤੇ ਪੰਛੀਆਂ ਬਾਰੇ ਤੁਹਾਡੀ ਇੱਕ ਹੋਰ ਵੀ ਕਿਤਾਬ ਹੈ, ਅੱਖੀਂ ਡਿੱਠੇ ਰੰਗਲੇ ਪੰਛੀ। ਉਹ ਵੀ ਮੇਰੇ ਖਿਆਲ 'ਚ NBT ਨੇ ਪ੍ਰਕਾਸ਼ਿਤ ਕੀਤੀ ਆ, ਤੇ ਹਾਂਜੀ। ਇਹਦੇ ਵਿੱਚ ਤੁਸੀਂ ਸ਼ਾਇਦ ਬਾਕੀ ਦੇ ਸਾਰੇ ਪੰਛੀਆਂ ਨੂੰ ਲਿਆ ਹੈ। ਇਸ ਦੇ ਹਾਂਜੀ। ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਇਹ ਪੁਸਤਕ ਜਿਹੜੀ ਹੈ, ਇਹ ਨੈਸ਼ਨਲ ਬੁੱਕ ਟਰਸਟ ਨੇ ਬਕਾਇਦਾ ਤੌਰ 'ਤੇ ਉਹਨਾਂ ਨੇ ਬੜੀ ਜਿਸ ਤਰ੍ਹਾਂ ਮੈਂ ਕਹਿ ਸਕਦਾ ਕਿ ਮੇਰੇ 'ਤੇ ਕਿਰਪਾ ਕਰੀ ਕਿ ਉਹਨਾਂ ਨੇ ਲਿਖਵਾਈ ਮੇਰੇ 'ਤੇ ਪੁਸਤਕ ਇਹ। ਔਰ ਇਹਦੇ ਵਿੱਚ ਮੈਂ ਅੱਖੀਂ ਡਿੱਠੇ ਰੰਗਲੇ ਪੰਛੀ ਇਸ ਦਾ ਨਾਮ ਤਾਂ ਹੀ ਦਿੱਤਾ ਹੈ ਕਿ ਮੈਂ ਉਨੇ ਕੁ ਪੰਛੀ ਲੈ ਸਕਿਆ ਜਿੰਨੇ ਕੁ ਮੈਂ ਅੱਖਾਂ ਦੇ ਨਾਲ ਦੇਖੇ ਆ ਇੱਥੇ ਆਪਣੇ ਆਲੇ ਦੁਆਲੇ ਵਿਚਰਦੇ। ਸੋ ਇਹ ਪੁਸਤਕ ਜਿਹੜੀ ਹੈਗੀ ਤੁਸੀਂ ਦੇਖ ਰਹੇ ਹੈ ਕਿ ਬੜੀ ਹੀ ਰੰਗਦਾਰ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਹੀ ਖੂਬਸੂਰਤ ਪੇਜ 'ਤੇ ਨੈਸ਼ਨਲ ਬੁੱਕ ਟਰਸਟ ਨੇ ਛਾਪੀ ਹੈ, ਅਤੇ ਬਾਲ ਸਾਹਿਤ ਦੀ ਪੁਸਤਕ। ਬਹੁਤ ਅੱਛੀ ਗੱਲ ਹੈ ਜੀ। ਸਤਵਿੰਦਰ ਜੀ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜਿਵੇਂ ਪੰਛੀਆਂ ਦੇ ਬਾਰੇ ਹੋਰ ਵੀ ਪੁਸਤਕਾਂ ਛਪੀਆਂ ਹਨ, ਜਿਵੇਂ ਕਿ ਸਲੀਮ ਜੀ ਦੀ ਇੱਕ ਪੁਸਤਕ ਹੈ ਪੰਛੀਆਂ ਦੇ ਬਾਰੇ। ਅਤੇ ਆਮ ਤੌਰ 'ਤੇ ਜਿਹੜਾ ਤੁਹਾਡਾ ਸ਼ੌਕ ਹੈ ਪੰਛੀਆਂ ਦੇ ਬਾਰੇ ਜਾਣਨਾ, ਉਹਨਾਂ ਦੇ ਬਾਰੇ ਗੱਲਬਾਤ ਕਰਨੀ, ਤੁਸੀਂ ਇਸ ਦੇ ਵਾਸਤੇ ਕਿੰਨਾ ਕੁ ਖੋਜ ਦਾ ਕਾਰਜ ਕੀਤਾ ਕਿ ਪੰਛੀਆਂ ਬਾਰੇ ਤੁਸੀਂ ਕਿੱਥੋਂ ਪੜ੍ਹਿਆ ਅਤੇ ਕਿਹੜੀ ਕਿਤਾਬਾਂ ਤੁਸੀਂ ਆਪਣੇ ਧਿਆਨ ਵਿੱਚ ਲਿਆਂਦੀਆਂ ਕਿ ਪੰਛੀਆਂ ਬਾਰੇ ਜਿਹੜੀ ਜਾਣਕਾਰੀ ਆ ਉਹ ਸਹੀ ਜਾਣਕਾਰੀ ਜਾ ਸਕੇ। ਕਿਉਂਕਿ ਬੱਚਿਆਂ ਨੂੰ ਅਗਰ ਕੋਈ ਗਲਤ ਜਾਣਕਾਰੀ ਚਲੇ ਜਾਵੇ ਤਾਂ ਵੀ ਅਸੀਂ ਉਹਨਾਂ ਦਾ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਇਹ ਤੁਸੀਂ ਇਸ ਦੇ ਖੋਜ ਕਾਰਜ ਬਾਰੇ ਦੱਸੋ ਕਿ ਤੁਸੀਂ ਕੀ ਇਸ ਦੇ ਵਿੱਚ ਕੀਤਾ, ਕਿਹੜੀ ਤੁਸੀਂ ਬੁੱਕਸ ਪੜ੍ਹੀਆਂ, ਅਤੇ ਤੁਸੀਂ ਇਹਦੇ ਵਿੱਚ ਆਪਣੀ ਮੌਲਿਕਤਾ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ। ਦੇਖੋ, ਜਿਹੜੀ ਮੇਰੀ ਪਹਿਲੀ ਕਿਤਾਬ ਹੈ ਉੱਡ ਪੁੱਡ ਗਏ ਚਿੜੀਆਂ ਦੇ ਚੰਬੇ, ਉਹ ਮੇਰਾ ਆਪਣਾ ਹੀ ਅਨੁਭਵ ਹੈ ਉਹਦੇ ਵਿੱਚ ਸਾਰਾ। ਕਿਉਂਕਿ ਬਚਪਨ ਦੇ ਵਿੱਚ ਮੈਂ ਉਹਨਾਂ ਚਿੜੀਆਂ ਦੇ ਨਾਲ, ਘਰੇਲੂ ਚਿੜੀਆਂ ਦੇ ਨਾਲ ਖੇਡਦਾ ਰਿਹਾ, ਉਹਨਾਂ ਦੇ ਆਲ੍ਹਣਿਆਂ ਨੂੰ ਦੇਖਦਾ ਰਿਹਾ, ਉਹਨਾਂ ਨੂੰ ਆਲ੍ਹਣੇ ਬਣਾਉਂਦੀਆਂ ਨੂੰ ਦੇਖਦਾ ਰਿਹਾ, ਅਤੇ ਕਿਸ ਤਰ੍ਹਾਂ ਉਹ ਨਿੱਕੇ ਨਿੱਕੇ ਆਂਡੇ ਉਹਦੇ ਵਿੱਚ ਦਿੰਦੀਆਂ ਸੀ, ਅਤੇ ਬੋਟ ਜਿਹੜੇ ਹੈਗੇ ਉਹਨਾਂ ਦੇ ਨਿਕਲਦੇ ਤੇ, ਔਰ ਕਿਸ ਤਰ੍ਹਾਂ ਉਹ ਉਡਾਰ ਹੁੰਦੇ ਤੇ, ਔਰ ਘਰਾਂ ਦੇ ਵਿੱਚ ਕਿਸ ਤਰ੍ਹਾਂ ਉਹ ਗਾਡਰਾਂ ਦੇ ਕੋਲ, ਬਾਲਿਆਂ ਦੇ ਕੋਲ ਆਲ੍ਹਣੇ ਪਾਉਂਦੀਆਂ ਰਹੀਆਂ। ਅਤੇ ਇਹ ਸਾਰੇ ਅਨੁਭਵ ਮੇਰੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਰਹੇ ਆ, ਅਤੇ ਇਸ ਕਰਕੇ ਮੈਨੂੰ ਇਹ ਪੁਸਤਕ ਲਿਖਣ ਦੇ ਵਿੱਚ ਕੋਈ ਦਿੱਕਤ ਜ਼ਿਆਦਾ ਨਹੀਂ ਆਈ, ਔਰ ਮੇਰਾ ਸਾਰਾ ਹੀ ਇਹ ਆਲੇ ਦੁਆਲੇ ਦਾ ਅਨੁਭਵ ਹੈ। ਔਰ ਦੂਸਰੀ ਗੱਲ ਮੈਂ ਇਹਦੇ ਵਿੱਚ ਥੋੜ੍ਹੀ ਜਿਹੀ ਇਹ ਵੀ ਐਡ ਕਰਨੀ ਚਾਹੁੰਦਾ ਹੈ ਕਿ ਮੇਰੇ ਮਨ ਦੇ ਵਿੱਚ ਗੱਲ ਇਹ ਸੀ ਕਿ ਜੇ ਆਪਾਂ ਨੇ ਨਾ ਪੰਛੀਆਂ ਬਾਰੇ ਸਿਰਫ ਸੋਚਦੇ ਹੀ ਰਹੇ, ਕੁਛ ਨਾ ਕਰ ਸਕੇ, ਤਾਂ ਉਹ ਵੀ ਸਾਡਾ ਜਿਹੜਾ ਹੈਗਾ ਹੈ ਉਹ ਇੱਕ ਖਿਆਲੀ ਹੀ ਗੱਲ ਰਹਿ ਜੂਗੀ। ਇਸ ਕਰਕੇ ਮੈਂ ਕੋਸ਼ਿਸ਼ ਕਰੀ ਆਪਣੇ ਪਿੰਡ ਦੇ ਵਿੱਚ, ਰਿਸ਼ਤੇਦਾਰੀਆਂ 'ਚ, ਆਲੇ ਦੁਆਲੇ 'ਚ ਆਪਣੇ ਵਿਦਿਆਰਥੀਆਂ ਰਾਹੀਂ ਕਿ ਲੱਕੜ ਦੇ ਬਕਸੇ ਬਣਾ ਕੇ ਅਸੀਂ ਵੰਡੇ ਆ, ਔਰ ਪਿੰਡ ਦੇ ਵਿੱਚ ਵੀ ਲਾਏ ਆ। ਔਰ ਕੁਦਰਤੀ ਤੌਰ 'ਤੇ ਜਿਹੜਾ ਆਲ੍ਹਣਾ ਜਿਸ ਤਰ੍ਹਾਂ ਚਿੜੀ ਬਣਾਉਂਦੀ ਆ, ਉਹਦੇ ਵਿੱਚ ਮੈਂ ਇਹਦਾ ਜ਼ਿਕਰ ਵੀ ਕਰਿਆ ਕਿਤਾਬ ਦੇ ਵਿੱਚ ਕਿ ਕਿਸ ਤਰ੍ਹਾਂ ਪੰਛੀਆਂ ਦੇ ਆਲ੍ਹਣੇ ਲਾਏ ਅਸੀਂ ਪਿੰਡ ਦੇ ਵਿੱਚ, ਜਾਂ ਪ੍ਰੇਰਨਾ ਤੌਰ 'ਤੇ ਇੱਕ ਗੱਲ ਬਣਾਈ ਹੈ। ਅਤੇ ਉਹਦੇ ਵਿੱਚ ਸਾਰਾ ਜਿਹੜਾ ਹੈਗਾ ਉਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪੰਛੀ ਉਹਦੇ ਵਿੱਚ ਕੁਦਰਤੀ ਆਲ੍ਹਣਾ ਬਣਾ ਕੇ ਰਹਿੰਦੇ ਆ, ਔਰ ਇਹਨਾਂ ਨੂੰ ਕੋਈ ਟਿਕਾਣਾ ਮਿਲਦਾ। ਕਿਉਂਕਿ ਅੱਜ ਕੱਲ੍ਹ ਕਿਆ ਹੈ ਕਿ ਅਸੀਂ ਸਾਡੇ ਘਰ-ਬਾਰ ਇਸ ਤਰ੍ਹਾਂ ਦੇ ਪੱਕੇ ਹੋ ਗਏ, ਸ਼ੀਸ਼ੇ ਲਾਗੇ, ਜਾਲੀਆਂ ਲੱਗੀਆਂ, ਉਹ ਪੰਛੀ ਅੰਦਰ ਤਾਂ ਆ ਨਹੀਂ ਸਕਦਾ, ਕਿਉਂਕਿ ਉਹਦੀ ਬਿਰਤੀ ਹੈਗੀ ਮੋਰੀਆਂ ਵਗੈਰਾ ਦੇ ਵਿੱਚ ਆਲ੍ਹਣੇ ਬਣਾਉਣ ਦੀ। ਸੋ ਇਹਦੇ ਵਿੱਚ ਇਹਨਾਂ ਸਾਰੀਆਂ ਹੀ ਗੱਲਾਂ ਦਾ ਜਿਹੜਾ ਜ਼ਿਕਰ ਹੈ ਇਸ ਪੁਸਤਕ ਦੇ ਵਿੱਚ ਕਰਿਆ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇਸ ਪੁਸਤਕ ਨੂੰ ਪੜ੍ਹਦੇ ਹਾਂ, ਜਾਂ ਜਿਹਨੇ ਵੀ ਪੜ੍ਹੀ ਆ, ਉਹਨਾਂ ਨੂੰ ਇਹ ਪ੍ਰੇਰਨਾ ਮਿਲੀ ਹੈ। ਉਹਨਾਂ ਨੇ ਜਾਂ ਤਾਂ ਆਪਣੇ ਘਰ ਦੇ ਵਿੱਚ ਨਵਾਂ ਘਰ ਬਣਾਉਣ ਲੱਗੇ ਕੁਛ ਨਾ ਕੁਛ ਮੋਰੀਆਂ ਇਸ ਤਰ੍ਹਾਂ ਦੀ ਰੱਖੀਆਂ ਜਿਹਦੇ ਵਿੱਚ ਪੰਛੀ ਆ ਸਕਣ, ਜਾਂ ਫਿਰ ਉਹਨਾਂ ਨੇ ਲੱਕੜ ਦੇ ਬਕਸੇ ਬਣਾ ਕੇ ਆਪਣੇ ਘਰਾਂ ਦੇ ਵਿੱਚ ਟੰਗੇ ਆ, ਜਾਂ ਮੇਰੇ ਤੱਕ ਉਹਨਾਂ ਨੇ ਪਹੁੰਚ ਕਰੀ ਆ। ਸੋ ਮੈਨੂੰ ਇਹ ਚੰਗਾ ਲੱਗਿਆ ਕਿ ਮੇਰੀ ਪੁਸਤਕ ਦਾ ਜਿਹੜਾ ਹੈਗਾ ਉਹ ਇੱਕ ਮਕਸਦ ਜਿਹੜਾ ਹੈ ਉਹ ਪੂਰਾ ਹੋਇਆ। ਅਤੇ ਜਿਹੜੀ ਤੁਸੀਂ ਦੂਜੀ ਪੁਸਤਕ ਦੀ ਗੱਲ ਕਰ ਰਹੇ ਆ, ਅੱਖੀਂ ਡਿੱਠੇ ਰੰਗਲੇ ਪੰਛੀ, ਇਹ ਪੰਛੀ ਮੈਂ ਆਪਣੀਆਂ ਅੱਖਾਂ ਦੇ ਨਾਲ ਜਿਹੜੇ ਹੈਗੇ ਆ ਉਹ ਦੇਖੇ ਆ। ਔਰ ਕਿਉਂਕਿ ਪੰਛੀ ਤਾਂ ਬਹੁਤ ਸਾਰੇ ਆ ਦੁਨੀਆ ਦੇ ਵਿੱਚ, ਜਾਂ ਹੋਰ ਵੀ ਬਹੁਤ ਸਾਰੇ ਹੋਣਗੇ ਸਾਡੇ ਹਿੰਦੁਸਤਾਨ ਦੇ ਵਿੱਚ, ਪਰ ਮੈਂ ਉਹਨਾਂ ਪੰਛੀਆਂ ਨੂੰ ਵੀ ਲੈ ਸਕਿਆ ਜਿਨ੍ਹਾਂ ਪੰਛੀਆਂ ਬਾਰੇ ਮੈਂ ਕੁਛ ਜਾਣਦਾ ਸੀ। ਔਰ ਮੇਰਾ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਸਹਿਯੋਗ ਦਿੱਤਾ ਮੈਨੂੰ, ਉਹ ਡਾਕਟਰ ਗੁਰਪ੍ਰਤਾਪ ਸਿੰਘ ਆ। ਬਹੁਤ ਪੰਛੀਆਂ ਦੇ ਬਾਰੇ ਉਹ ਲਿਖਦੇ ਆ, ਔਰ ਫੋਟੋਗ੍ਰਾਫਰ ਹੈ ਮੇਨਲੀ, ਔਰ ਉਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ।
ਉਸ ਗਰੁੱਪ ਦੇ ਵਿੱਚੋਂ ਉਹਨਾਂ ਨੇ ਮੈਨੂੰ ਆਪਣੇ ਵੱਖ-ਵੱਖ ਯਾਰਾਂ ਦੋਸਤਾਂ ਤੋਂ ਪੰਛੀਆਂ ਦੀਆਂ ਜਿਹੜੀਆਂ ਓਰੀਜਨਲ ਫੋਟੋਆਂ ਜਿਹੜੀਆਂ ਉਹਨਾਂ ਨੇ ਖਿੱਚੀਆਂ ਹੋਈਆਂ, ਉਹ ਮੈਨੂੰ ਉਸ ਸਮੇਂ ਭੇਜੀਆਂ ਔਰ ਮੈਨੂੰ ਸਹਿਯੋਗ ਦਿੱਤਾ ਜਦੋਂ ਇਹ ਮੇਰੀ ਕਿਤਾਬ ਜਿਹੜੀ ਹੈ ਉਹ ਛਪੀ ਆ। ਸੋ ਮੈਂ ਉਹਨਾਂ ਪੰਛੀਆਂ ਦੇ ਬਾਰੇ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਹੈ, ਕਿਉਂਕਿ ਜੇ ਉਹਨਾਂ ਨੂੰ ਵਿਗਿਆਨਿਕ ਤੌਰ 'ਤੇ ਆਪਾਂ ਦੇਖੀਏ ਤਾਂ ਹੋਰ ਸਾਈਟਾਂ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਆ, ਪਰ ਮੈਂ ਉਹਨੂੰ ਇੱਕ ਸਿਰਫ ਇਹ ਅਨੁਭਵ ਲੈ ਕੇ ਔਰ ਇਹ ਸੋਚ ਰੱਖ ਕੇ ਪੰਛੀਆਂ ਵਾਸਤੇ ਬੱਚਿਆਂ ਵਾਸਤੇ ਕਿਤਾਬ ਇਹ ਮੈਂ ਲਿਖੀ ਆ ਕਿ ਬੱਚਾ ਹਰ ਚੀਜ਼ ਨੂੰ ਚਿੜੀ ਕਹਿੰਦਾ ਹੈ, ਹਰੇਕ ਪੰਛੀ ਨੂੰ ਚਿੜੀ ਕਹਿ ਦਿੰਦਾ ਹੈ, ਪਰ ਉਹਨੂੰ ਉਹਦਾ ਨਾਮ ਨਹੀਂ ਪਤਾ ਹੁੰਦਾ। ਇਸ ਕਰਕੇ ਮੈਂ ਜਿਹੜੇ ਸਾਡੇ ਆਪਣੇ ਆਲੇ ਦੁਆਲੇ ਪੰਛੀ ਵਿਚਰਦੇ ਆ, ਬੱਚਿਆਂ ਨੇ ਉਹ ਦੇਖੇ ਹੋਏ ਹੁੰਦੇ ਆ, ਪਰ ਉਹਨਾਂ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਹੁੰਦਾ। ਇਸ ਕਰਕੇ ਮੇਰੀ ਇਹ ਕੋਸ਼ਿਸ਼ ਥੋੜ੍ਹੀ ਜਿਹੀ ਇਸ ਕਿਤਾਬ ਦੇ ਵਿੱਚ ਰਹੀ ਹੈ ਕਿ ਤਸਵੀਰ ਦੇ ਨਾਲ ਮੈਂ ਉਹਨਾਂ ਨੂੰ, ਬੱਚਿਆਂ ਨੂੰ ਉਹਦੇ ਨਾਮ ਬਾਰੇ ਜਾਣਕਾਰੀ ਦੇ ਸਕਾਂ। ਹਾਂ ਸਤਵਿੰਦਰ ਜੀ, ਬਹੁਤ ਚੰਗਾ ਲੱਗਿਆ ਕਿ ਤੁਸੀਂ ਕੁਦਰਤ ਦੇ ਨਾਲ ਜੁੜੇ ਹੋਏ ਆ ਅਤੇ ਤੁਸੀਂ ਆਪਣੇ ਜੋ ਸਕੂਲ ਹੈ ਜਾਂ ਹੋਰ ਆਲਾ ਦੁਆਲਾ ਹੈ ਉਸ ਦੇ ਵਿੱਚ ਤੁਸੀਂ ਰੁੱਖ ਵੀ ਲਗਾਏ ਹਨ, ਪੌਦੇ ਵੀ ਲਗਾਏ ਹਨ। ਇਹ ਵੀ ਇੱਕ ਬਹੁਤ ਅੱਛੀ ਗੱਲ ਹੈ ਕਿ ਜਿਹੜਾ ਸਾਹਿਤਕਾਰ ਹੈ ਜਾਂ ਕਵੀ ਮਨ ਹੈ ਉਹ ਕੁਦਰਤ ਦੇ ਨਾਲ ਜੁੜਿਆ ਰਹਿੰਦਾ ਹੈ। ਸੋ ਇਸ ਤੋਂ ਬਿਨਾਂ ਜਿਹੜਾ ਤੁਹਾਡਾ ਪਿੰਡ ਹੈ ਮੜੌਲੀ ਕਲਾਂ, ਰੋਪੜ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਪਿੰਡ ਹੈ, ਜਿਸ ਦੇ ਵਿੱਚ ਸਾਡੇ ਗਦਰ ਪਾਰਟੀ ਦੇ ਸ਼ਹੀਦ ਕਾਂਸ਼ੀ ਰਾਮ ਜੀ ਰਹੇ ਹਨ, ਉਹਨਾਂ ਦਾ ਜੱਦੀ ਪਿੰਡ ਹੈ ਇਹ। ਅਤੇ ਤੁਸੀਂ ਉਹਨਾਂ ਦੇ ਬਾਰੇ ਵੀ 2 ਪੁਸਤਕਾਂ ਲਿਖੀਆਂ ਹਨ, ਜੀਵਨੀ ਸਾਹਿਤ ਦੇ ਵਿੱਚ ਵੀ ਤੁਸੀਂ ਆਪਣਾ ਯੋਗਦਾਨ ਪਾਇਆ ਹੈ। ਤੁਸੀਂ ਇਹਨਾਂ ਕਿਤਾਬਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰੀ ਪਹਿਲੀ ਕਿਤਾਬ ਜਿਹੜੀ ਹੈਗੀ ਆ ਉਹ 2019 ਜਾਂ 20 ਦੇ ਵਿੱਚ ਛਪੀ ਸੀ, ਦੇਸ਼ ਦੇ ਮਹਾਨ ਸ਼ਹੀਦ ਪੰਡਿਤ ਕਾਂਸ਼ੀ ਰਾਮ ਮੜੌਲੀ। ਉਹ ਛੋਟੀ ਕਿਤਾਬ ਸੀ ਔਰ ਪੰਜਾਬ ਪ੍ਰਕਾਸ਼ਨ ਜਲੰਧਰ ਵਾਲਿਆਂ ਨੇ ਉਹ ਛਾਪੀ ਹੈ ਕਿਤਾਬ, ਅਤੇ ਉਹਦੇ ਵਿੱਚ ਮੈਂ ਬੱਚਿਆਂ ਨੂੰ ਸ਼ਹੀਦ ਕਾਂਸ਼ੀ ਰਾਮ ਜੀ ਬਾਰੇ ਜਾਣਕਾਰੀ ਦੇਣ ਹਿੱਤ ਜਾਣਕਾਰੀ ਜਿਹੜੀ ਹੈਗੀ ਉਹਦੇ ਵਿੱਚ ਸ਼ਾਮਿਲ ਕਰੀ ਆ, ਤਾਂ ਜੋ ਉਹਨਾਂ ਨੂੰ ਕਾਂਸ਼ੀ ਰਾਮ ਜੀ ਬਾਰੇ, ਪੰਡਿਤ ਕਾਂਸ਼ੀ ਰਾਮ ਜੀ ਬਾਰੇ, ਜਿਹੜੇ ਕਿ ਸਾਡੇ ਪਿੰਡ ਦੇ ਇੱਕ ਹੀਰੇ ਆ ਔਰ ਗਦਰ ਪਾਰਟੀ ਦੀ ਸਥਾਪਨਾ ਕਰਨ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਪ੍ਰਧਾਨ ਸਰਦਾਰ ਸੋਹਣ ਸਿੰਘ ਭਕਨਾ ਜੀ ਨਾਲ ਮਿਲ ਕੇ ਉਹਨਾਂ ਨੇ ਇਸ ਪਾਰਟੀ ਦੀ ਨੀਂਹ ਰੱਖੀ ਸੀ ਔਰ ਉਸ ਦੇ ਉਹ ਸਫਲ ਖਜ਼ਾਨਚੀ ਵੀ ਰਹੇ। ਸੋ ਉਹਨਾਂ ਬਾਰੇ ਇੱਕ ਕਿਤਾਬ ਮੇਰੀ ਬਾਲ ਸਾਹਿਤ ਦੀ, ਅਤੇ ਦੂਜੀ ਇੱਕ ਕਿਤਾਬ ਹੋਰ ਜਿਹੜੀ ਕਿ ਸ਼ਹੀਦ ਕਾਂਸ਼ੀ ਰਾਮ ਮੜੌਲੀ, ਇਹ ਪੁਸਤਕ ਨੈਸ਼ਨਲ ਬੁੱਕ ਟਰਸਟ ਇੰਡੀਆ ਦਿੱਲੀ ਵਾਲਿਆਂ ਨੇ ਛਾਪੀ ਆ ਔਰ ਇਸ ਪੁਸਤਕ ਦੇ ਵਿੱਚ ਉਹਨਾਂ ਦੀ ਫਿਰ ਮੈਂ ਆਪਣੇ ਤੌਰ 'ਤੇ ਜੀਵਨੀ, ਕਾਰਜ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਰਜ ਕੀਤੀ ਹੈ। ਸ਼ਹੀਦ ਕਾਂਸ਼ੀ ਰਾਮ ਜੀ ਦੇ ਬਾਰੇ ਹੋਰ ਵੀ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹੋਣਗੀਆਂ, ਅਤੇ ਤੁਸੀਂ ਆਪਣੀ ਕਿਤਾਬ ਦੇ ਵਾਸਤੇ ਜਿਹੜੀ ਜਾਣਕਾਰੀ ਆ ਉਹ ਕਿਹੜੇ-ਕਿਹੜੇ ਸਰੋਤਾਂ ਤੋਂ ਪ੍ਰਾਪਤ ਕੀਤੀ? ਦੇਖੋ, ਇਹਦੇ ਵਿੱਚ ਇੱਕ ਤਾਂ ਸ਼ਹੀਦ ਕਾਂਸ਼ੀ ਰਾਮ ਜੀ ਬਾਰੇ ਪਹਿਲੀ ਜਿਹੜੀ ਪੁਸਤਕ ਹੈ ਉਹ ਇੱਕ ਮੁਲਾਕਾਤ ਦੇ ਰੂਪ ਵਿੱਚ ਡਾਕਟਰ ਹਰਦੇਵ ਸਿੰਘ ਦਲਗੀਰ ਹੈ, ਉਹਨਾਂ ਨੇ ਕਿਤਾਬ ਜਿਹੜੀ ਹੈਗੀ ਆ ਉਹ ਛਾਪੀ ਸੀ ਔਰ ਉਹ ਪੁਸਤਕ ਉਹਨਾਂ ਨੇ ਮੁਲਾਕਾਤ ਕੀਤੀ ਹੈ ਬੰਸੀ ਰਾਮ ਜੀ ਨਾਲ, ਜਿਹੜੇ ਕਿ ਕਾਂਸ਼ੀ ਰਾਮ ਜੀ ਦੇ ਛੋਟੇ ਭਰਾ ਤੇ ਉਸ ਸਮੇਂ ਉਹ ਜਿਉਂਦੇ ਤੇ ਬਚਪਨ ਦੇ ਵਿੱਚ ਮੈਂ ਵੀ ਉਹਨਾਂ ਨੂੰ ਵੇਖਿਆ ਜਿਸ ਸਮੇਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਤਾਂ, ਪ੍ਰਾਇਮਰੀ ਸਕੂਲ ਦੇ ਵਿੱਚ, ਕਿਉਂਕਿ ਪ੍ਰਾਇਮਰੀ ਸਕੂਲ ਦੇ ਨਾਲ ਹੀ ਸ਼ਹੀਦ ਕਾਂਸ਼ੀ ਰਾਮ ਉਹਨਾਂ ਦਾ ਘਰ ਤਾ, ਅਤੇ ਹੋ ਸਕਦਾ ਉਸ ਸਮੇਂ ਜਿਹੜੇ ਹੈਗੇ ਡਾਕਟਰ ਦਲਗੀਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਆਉਂਦੇ ਹੋਣਗੇ, ਕਿਉਂਕਿ ਮੇਰਾ ਬਚਪਨ ਤਾਂ ਇਸ ਵਾਸਤੇ ਮੈਂ ਜ਼ਿਆਦਾ ਨਹੀਂ ਸਮਝ ਸਕਿਆ। ਪਰ ਇੱਕ ਤਾਂ ਉਹਨਾਂ ਦੀ ਜਿਹੜੀ ਉਹ ਪੁਸਤਕ ਹੈ, ਅਤੇ ਉਸ ਤੋਂ ਬਾਅਦ ਪ੍ਰੋਫੈਸਰ ਮਨਵਿੰਦਰਜੀਤ ਸਿੰਘ ਵੜੈਚ ਉਹਨਾਂ ਨੇ ਵੀ ਉਸੇ ਕਿਤਾਬ ਨੂੰ ਅੱਗੇ ਸੰਪਾਦਨ ਕੀਤਾ ਉਹਨਾਂ ਦਾ, ਅਤੇ ਹੋਰ ਗਦਰ ਸਾਹਿਤ ਕਾਫੀ ਹੈਗਾ ਜਿਹੜਾ ਕਿ ਜਿਹਦੇ ਵਿੱਚ ਕਾਂਸ਼ੀ ਰਾਮ ਜੀ ਬਾਰੇ ਜਾਣਕਾਰੀ ਸਾਨੂੰ ਮਿਲਦੀ ਆ। ਅਤੇ ਹੁਣ ਇੱਕ ਲੇਟੈਸਟ ਜਿਹੜਾ ਹੈਗਾ ਉਹ ਲਖਵੀਰ ਦਾਸ ਬਾਵਾ ਹੈ, ਯੂਨੀਵਰਸਿਟੀ ਪਟਿਆਲਾ ਦੇ ਨਾਲ ਉਹਨਾਂ ਨੇ MPhil ਕੀਤੀ ਹੈ ਉੱਥੋਂ, ਅਤੇ ਉਹਨਾਂ ਨੇ ਵੀ ਸ਼ਹੀਦ ਕਾਂਸ਼ੀ ਰਾਮ ਜੀ ਬਾਰੇ ਕਾਫੀ ਖੋਜ ਕਰੀ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਮੈਨੂੰ ਕਾਫੀ ਜ਼ਿਆਦਾ ਜਿਹੜੇ ਸਰੋਤ ਹੈ ਉਹ ਕਿਤਾਬਾਂ ਦੇ ਰੂਪ ਦੇ ਵਿੱਚ ਹੀ ਮੈਂ ਪੜ੍ਹੇ, ਔਰ ਇੱਕ ਮੈਂ ਚਾਹੁੰਦਾ ਤਾਂ ਕਿ ਪੁਸਤਕ ਇੱਕ ਸਟੀਕ ਜਾਣਕਾਰੀ, ਕਿਉਂਕਿ ਬਹੁਤੀਆਂ ਪੁਸਤਕਾਂ ਦੇ ਵਿੱਚ ਗਦਰ ਪਾਰਟੀ ਦਾ ਪੂਰਾ ਜਿਹੜਾ ਹੈਗਾ ਉਹ ਦੱਸਿਆ ਜਾਂਦਾ ਹੈ, ਅਤੇ ਬਾਕੀ ਵੀ ਜਿਹੜੇ ਉੱਥੇ ਦੇ ਸ਼ਹੀਦ ਹੋਏ ਆ ਇਸ ਪਾਰਟੀ ਨਾਲ ਜੁੜੇ ਹੋਏ ਉਹਨਾਂ ਬਾਰੇ ਜਾਣਕਾਰੀ ਹੁੰਦੀ ਹੈ। ਪਰ ਇਸ ਪੁਸਤਕ ਨੂੰ ਮੈਂ ਸਪੈਸ਼ਲੀ ਜਿਹੜਾ ਇਹਦਾ ਕੇਂਦਰ ਬਿੰਦੂ ਹੈ ਉਹ ਮੈਂ ਕਾਂਸ਼ੀ ਰਾਮ ਜੀ ਨੂੰ ਹੀ ਰੱਖਿਆ ਹੈ, ਅਤੇ ਤਾਂ ਜੋ ਪਾਠਕ ਬੱਚੇ ਸਾਰੇ ਹੀ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ, ਕਿਉਂਕਿ ਉਹ ਸਾਡੇ ਹਿੰਦੁਸਤਾਨ ਦੇ ਬਹੁਤ ਵੱਡੇ ਸ਼ਹੀਦ ਤੇ ਔਰ ਸਾਡੇ ਪੁਆਧ ਦਾ ਮਾਣ ਆ, ਸਾਡੇ ਪਿੰਡ ਦਾ ਮਾਣ। ਬਹੁਤ ਵਧੀਆ ਸਤਵਿੰਦਰ ਜੀ, ਤੁਸੀਂ ਬਾਲ ਸਾਹਿਤ, ਪੰਛੀਆਂ ਦੇ ਬਾਰੇ ਅਤੇ ਜੀਵਨੀ ਸਾਹਿਤ ਦੇ ਵਿੱਚ
ਸ਼ਹੀਦ ਕਾਂਸ਼ੀ ਰਾਮ ਮਡੌਲੀ ਜੀ ਦਾ ਜ਼ਿਕਰ ਕੀਤਾ ਅਤੇ ਨਾਲ ਦੀ ਨਾਲ ਤੁਸੀਂ ਕਵਿਤਾਵਾਂ ਵੀ ਰਚਦੇ ਰਹੇ, ਕਿਉਂਕਿ ਕਵਿਤਾ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਗੂੜ੍ਹਾ ਸੰਬੰਧ ਹੈ। ਸਾਡਾ ਜੀਵਨ ਇੱਕ ਕਵਿਤਾ ਹੀ ਹੈ। ਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਵਿਤਾ ਵੱਲ ਕਿਸ ਤਰ੍ਹਾਂ ਆਏ, ਇਸ ਦੇ ਬਾਰੇ ਵੀ ਕੁਝ ਚਾਨਣਾ ਪਾਓ ਅਤੇ ਆਪਣੀ ਜੋ ਕਿਤਾਬ, ਤੁਹਾਡੀ ਪਹਿਲੀ ਕਵਿਤਾ ਦੀ ਕਿਤਾਬ ਛਪੀ, ਉਹਦੇ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਮੈਂ ਬਾਲ ਸਾਹਿਤ ਦੇ ਨਾਲ ਨਾਲ ਕਵਿਤਾ ਵੀ ਰਚਦਾ ਰਿਹਾ ਔਰ ਮਿੰਨੀ ਕਹਾਣੀ ਵੀ ਮੈਂ ਲਿਖੀ ਆ, ਪਰ ਮਿੰਨੀ ਕਹਾਣੀਆਂ ਮੈਂ ਜ਼ਿਆਦਾ ਨਹੀਂ ਲਿਖ ਸਕਿਆ ਔਰ ਜਿੰਨੀਆਂ ਕੁ ਲਿਖੀਆਂ ਉਹ ਵੱਖ-ਵੱਖ ਅਖਬਾਰਾਂ ਦੇ ਵਿੱਚ ਉਸ ਸਮੇਂ ਛਪੀਆਂ। ਅਤੇ ਕਵਿਤਾ ਜਿਹੜੀ ਹੈਗੀ ਆ ਉਹ ਮੈਂ ਪਿਛਲੇ 2.5 ਦਹਾਕਿਆਂ ਤੋਂ ਲਿਖ ਰਿਹਾ, ਪਰ ਇਹਨਾਂ ਨੂੰ ਇਕੱਠੇ ਕਰਨ ਦਾ ਜਿਹੜਾ ਸਬੱਬ ਹੈ ਉਹ ਫਿਰ ਕੁਛ 2-4 ਸਾਲ ਪਹਿਲਾਂ ਹੀ ਬਣਿਆ ਅਤੇ ਇਸ ਦੇ ਤਹਿਤ ਮੇਰਾ ਜਿਹੜਾ ਇਹ ਕਾਵਿ ਸੰਗ੍ਰਹਿ ਹੈ ਚੂੜੇ ਵਾਲੀ ਬਾਂਹ, ਇਹ ਵੀ ਛਪਿਆ ਅਤੇ ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਇਹ ਛਾਪਿਆ ਗਿਆ ਔਰ ਇਸ ਪੁਸਤਕ ਦੇ ਵਿੱਚ ਕਵਿਤਾਵਾਂ ਹੈ, ਖੁੱਲ੍ਹੀ ਕਵਿਤਾ ਹੈ ਅਤੇ ਪਾਠਕਾਂ ਨੇ ਇਹਨੂੰ ਬੜਾ ਪਸੰਦ ਕਰਿਆ ਹੈ। ਦੇਖਣ ਨੂੰ ਤੁਹਾਨੂੰ ਟਾਈਟਲ ਲੱਗਦਾ ਹੋਊਗਾ ਕਿ ਸ਼ਾਇਦ ਰੋਮਾਂਟਿਕ ਹੋਵੇ, ਪਰ ਇਹਦੇ ਵਿੱਚ ਰੋਮਾਂਟਿਕ ਕਵਿਤਾ 2-4 ਹੈ, ਬਾਕੀ ਸਾਰੀਆਂ ਹੀ ਸਾਡੇ ਸਮਾਜ ਦੇ ਨਾਲ, ਸਾਡੇ ਜੀਵਨ ਦੇ ਨਾਲ ਜੁੜੀਆਂ ਹੋਈਆਂ। ਸਤਵਿੰਦਰ ਜੀ, ਕਿਆ ਰੋਮਾਂਟਿਕ ਕਵਿਤਾ ਸਾਨੂੰ ਨਹੀਂ ਲਿਖਣੀ ਚਾਹੀਦੀ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ। ਰੋਮਾਂਟਿਕ ਕਵਿਤਾ ਬਿਨਾਂ ਸਾਡਾ ਜਿਹੜਾ ਸਾਹਿਤ ਦਾ ਪ੍ਰਯੋਜਨ ਹੈ ਉਹ ਪੂਰਾ ਨਹੀਂ ਹੁੰਦਾ ਔਰ ਇਹ ਚੰਗੀ ਲੱਗਦੀ ਆ। ਰੋਮਾਂਟਿਕ ਕਵਿਤਾ ਬੜੀ ਜਿਹੜੀ ਹੈਗੀ ਆ ਉਹ ਪਹਿਲਾਂ ਤੋਂ ਹੀ ਅਸੀਂ ਪੜ੍ਹਦੇ ਆ ਰਹੇ ਹਾਂ, ਹੁਣ ਵੀ ਚੰਗੀ ਲੱਗਦੀ, ਮੈਂ ਵੀ ਲਿਖਦਾ ਹਾਂ, ਪਰ ਫਿਰ ਵੀ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀ ਹੈ ਵੀ ਚਲੋ ਕਈ ਵਾਰੀ ਇਸ ਤਰ੍ਹਾਂ ਹੁੰਦਾ, ਆਪਾਂ ਕਹਿ ਦਿੰਦੇ ਹਾਂ ਵੀ ਸ਼ਾਇਦ ਸਾਰੀ ਇਹ ਕਵਿਤਾ ਜਿਹੜੀ ਹੈਗੀ ਆ ਉਹ ਰੋਮਾਂਸ ਦੇ ਨਾਲ ਹੀ ਭਰੀ ਹੋਈ ਹੈ, ਰੋਮਾਂਟਿਕ ਕਵਿਤਾਵਾਂ ਦੇ ਨਾਲ। ਇਸ ਕਰਕੇ ਬਹੁਤੀਆਂ ਕਵਿਤਾਵਾਂ ਮੇਰੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਸਮਾਜ ਦੇ ਨਾਲ ਜੁੜੀਆਂ ਹੋਈਆਂ ਅਤੇ ਪਰ ਰੋਮਾਂਟਿਕ ਅਤੇ ਪਿਆਰ ਦੀ ਕਵਿਤਾ ਵੀ ਇਹਦੇ ਵਿੱਚ ਸ਼ਾਮਲ ਕੀਤੀ ਗਈ। ਹਾਂ, ਜਿਵੇਂ ਕਿ ਤੁਹਾਡੀ ਅਗਲੀ ਕਿਤਾਬ ਹੈ ਕਵਿਤਾ ਦੀ ਅਨੰਤ ਵਿਸਥਾਰ, ਇਹਦੇ ਤਾਂ ਤੁਸੀਂ ਟਾਈਟਲ ਦੇ ਵਿੱਚ ਹੀ ਇੱਕ ਸਬ ਟਾਈਟਲ ਦੇ ਦਿੱਤਾ, ਕੁਦਰਤ ਦੀ ਕਵਿਤਾ, ਅਤੇ ਇਸ ਕਿਤਾਬ ਦੇ ਬਾਰੇ ਵੀ ਆਪਣੀ ਜਾਣਕਾਰੀ ਦਿਓ ਕਿ ਅਨੰਤ ਵਿਸਥਾਰ ਦੀਆਂ ਕਵਿਤਾਵਾਂ ਤੁਸੀਂ ਕਿਸ ਤਰ੍ਹਾਂ ਲਿਖੀਆਂ ਅਤੇ ਤੁਸੀਂ ਕੁਦਰਤ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੋ ਕੇ ਇਹਨਾਂ ਦੀ ਰਚਨਾ ਕੀਤੀ। ਹਾਂਜੀ, ਇਹ ਜਿਹੜੀ ਮੇਰੀ ਪੁਸਤਕ ਹੈ ਅਨੰਤ ਵਿਸਥਾਰ, ਇਹ ਟੋਟਲੀ ਪਰਮਾਤਮਾ ਦੇ ਨਾਲ ਜੁੜੀ ਹੋਈ ਆ, ਕੁਦਰਤ ਦੇ ਨਾਲ ਜੁੜੀ ਹੋਈ ਆ ਔਰ ਮੈਨੂੰ ਨਹੀਂ ਪਤਾ ਇਹ ਕੋਈ ਕੁਦਰਤੀ ਹੀ ਕੋਈ ਕ੍ਰਿਸ਼ਮਾ ਹੈ ਕਿ ਕੋਈ 15 ਜਾਂ 20 ਦਿਨ ਦੇ ਵਿੱਚ ਹੀ ਮੈਂ ਇਹ ਸਾਰੀਆਂ ਕਵਿਤਾਵਾਂ ਰਚ ਸਕਿਆ। ਉਸ ਤੋਂ ਬਾਅਦ ਹੁਣ ਤੱਕ ਮੇਰੇ ਤੋਂ ਕੋਈ ਕਵਿਤਾ ਇਸ ਤਰ੍ਹਾਂ ਦੀ ਲਿਖ ਨਹੀਂ ਹੋਈ ਕਿਤਾਬ ਤੋਂ ਬਾਅਦ, ਜਾਣੀ ਕਿ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਇਹ ਪਰਮਾਤਮਾ ਦਾ ਹੀ ਕੋਈ ਕ੍ਰਿਸ਼ਮਾ ਤਾ, ਉਹਨਾਂ ਨੂੰ ਜਿਸ ਤਰ੍ਹਾਂ ਚੰਗਾ ਲੱਗਿਆ ਅਤੇ ਸਾਰੀ ਕਵਿਤਾ ਜਿਹੜੀ ਹੈਗੀ ਆ ਉਹ ਪਰਮਾਤਮਾ ਦਾ ਹੀ ਗੁਣਗਾਨ ਕਰਦੀ ਹੈ ਅਤੇ ਸਾਡੀ ਬਹੁਤ ਹੀ ਪਵਿੱਤਰ ਗੁਰਬਾਣੀ ਜਿਸ ਤੋਂ ਮੈਂ ਪ੍ਰਭਾਵਿਤ ਹੋ ਕੇ ਇਹ ਰਚਨਾ ਜਿਹੜੀ ਹੈਗੀ ਆ ਉਹ ਰਚੀ ਹੈ। ਸੋ ਪਾਠਕਾਂ ਨੇ ਇਹ ਵੀ ਬਹੁਤ ਪਸੰਦ ਕੀਤੀ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕੁਦਰਤ ਦੇ ਵਿੱਚ ਹੀ ਨਿਵਾਸ ਕਰਦਾ ਹੈ, ਸੋ ਤੁਸੀਂ ਕੀ ਸਮਝਦੇ ਹੋ ਵੀ ਕਵਿਤਾ ਸਾਨੂੰ ਕਿਸ ਤਰ੍ਹਾਂ ਸੁੱਝਦੀ ਹੈ? ਕਿ ਤੁਸੀਂ ਕੋਈ ਕੋਸ਼ਿਸ਼ ਕਰਦੇ ਹੋ ਜਾਂ ਆਪਣੇ ਆਪ ਹੀ ਤੁਹਾਡੇ ਕੋਲੋਂ ਕਵਿਤਾ ਲਿਖ ਹੋ ਜਾਂਦੀ ਹੈ? ਕਵਿਤਾ ਦੀ ਸਿਰਜਣ ਪ੍ਰਕਿਰਿਆ ਤੁਹਾਡੀ ਕਿਸ ਤਰ੍ਹਾਂ ਚੱਲਦੀ ਹੈ? ਦੇਖੋ, ਜੇ ਮੈਂ ਮਤਲਬ ਕਵਿਤਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਥੋੜ੍ਹੀ ਜਿਹੀ ਇਸ ਤਰ੍ਹਾਂ ਹੀ ਮੰਨ ਕੇ ਚੱਲਦਾ ਕਿ ਹਾਂ ਮੈਂ ਕਵਿਤਾ ਲਿਖਣੀ ਹੀ ਹੈ, ਫਿਰ ਸ਼ਾਇਦ ਮੇਰੀਆਂ ਕਵਿਤਾਵਾਂ ਦੀਆਂ ਜਿਹੜੀਆਂ ਕਿਤਾਬਾਂ ਹੈ ਉਹ ਹੋਰ ਵੀ ਜ਼ਿਆਦਾ ਆਉਂਦੀਆਂ। ਪਰ ਤੁਹਾਡੀ ਗੱਲ ਜਿਹੜੀ ਦੂਜੇ ਨੰਬਰ ਵਾਲੀ ਤੁਸੀਂ ਗੱਲ ਕਹੀ ਆ ਕਿ ਇੱਕ ਕੁਦਰਤੀ ਹੈ, ਕਿਉਂਕਿ ਜਦੋਂ ਕੋਈ ਅਨੁਭਵ ਹੁੰਦਾ ਹੈ ਤਾਂ ਉਸ ਮੌਕੇ ਹੀ ਕਵਿਤਾ ਜਿਹੜੀ ਹੈ ਉਹ ਰਚੀ ਜਾਂਦੀ ਆ। ਉਹਦੀ ਇੱਕ ਜਿਹੜਾ ਹੈਗਾ, ਜਿਸ ਤਰ੍ਹਾਂ ਕਹਿੰਦੇ ਆ ਵੀ ਇੱਕ ਵਾਰਿਸ਼ ਹੁੰਦੀ ਆ ਔਰ ਇਸ ਤਰ੍ਹਾਂ ਮਨ 'ਤੇ ਆ ਕੇ ਉਹ ਵਰਸਦੀ ਆ ਅਤੇ ਕਵੀ ਜਿਹੜੀ ਹੈ ਉਹ ਰਚਨਾ ਕਰਦਾ ਔਰ ਮੇਰਾ ਇਹ ਅਨੁਭਵ ਹੈ, ਮੇਰੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ ਔਰ ਕੁਦਰਤੀ ਕੋਈ ਖਿਆਲ ਜਿਹੜਾ ਹੈਗਾ ਉਹ ਮਨ ਦੇ ਵਿੱਚ ਆਉਂਦਾ ਹੈ, ਜਾਣੀ ਕਿ ਕਦੇ ਮਿੱਥ ਕੇ ਜਾਂ ਸੋਚ ਸਮਝ ਕੇ ਕਵਿਤਾ ਮੈਥੋਂ ਰਚ ਨਹੀਂ ਹੋਈ। ਤੁਸੀਂ ਜਿਹੜੀ ਇੱਕ ਕਵਿਤਾ ਹੈ ਉਹਨੂੰ ਮਤਲਬ ਕਿੰਨੀ ਵਾਰੀ ਲਿਖਦੇ ਹੋ? ਜਿਵੇਂ ਕਿ ਪਹਿਲੀ ਵਾਰੀ ਤਾਂ ਉਹਦਾ ਪਹਿਲਾ ਡਰਾਫਟ ਤਿਆਰ ਹੋ ਗਿਆ ਕਿ ਜਿਸ ਤਰ੍ਹਾਂ ਸਾਨੂੰ ਉਹ ਸੁੱਝੀ ਅਸੀਂ ਉਸ ਤਰ੍ਹਾਂ ਲਿਖ ਲਈ, ਕੀ ਤੁਸੀਂ ਉਸ ਦੇ ਵਿੱਚ ਬਾਅਦ 'ਚ ਹੋਰ ਚੇਂਜਸ ਕਰਦੇ ਹੋ, ਹੋਰ ਤਬਦੀਲੀਆਂ ਲਿਆਉਂਦੇ ਹੋ ਉਸ ਦੇ ਵਿੱਚ ਕਦੇ? ਵੈਸੇ ਇਸ ਤਰ੍ਹਾਂ ਦਾ ਘੱਟ ਹੋਇਆ, ਕਿਉਂਕਿ ਕਵਿਤਾ ਜਿਹੜੀ ਇੱਕ ਵਾਰ ਸ਼ੁਰੂ ਕਰੀ ਆ ਉਹ ਲਗਭਗ ਸਾਰੀ ਪੂਰੀ ਹੀ ਕਵਿਤਾ ਲਿਖ ਕੇ ਮਨ ਨੂੰ ਚੈਨ ਆਇਆ, ਪਰ ਫਿਰ ਵੀ ਕੋਈ ਸ਼ਬਦ, ਕਈ ਵਾਰ ਕੋਈ ਲਾਈਨ ਇਸ ਤਰ੍ਹਾਂ ਦੀ ਹੁੰਦੀ ਆ ਜਿਹੜੀ ਉਸ ਮੌਕੇ ਲਿਖੀ ਜਾਂਦੀ ਹੈ, ਫਿਰ ਉਹਨੂੰ ਬਾਅਦ ਵਿੱਚ ਸੁਧਾਰਨਾ ਪੈਂਦਾ ਹੈ ਅਤੇ ਇਸ ਤਰ੍ਹਾਂ ਜ਼ਰੂਰ ਕਰਨਾ ਪੈਂਦਾ ਹੈ। ਠੀਕ ਹੈ ਜੀ, ਇਹ ਜਾਣੀ ਕਿ ਥੋੜ੍ਹੀ ਬਹੁਤ ਸੋਧ ਸੁਧਾਈ ਚੱਲਦੀ ਰਹਿੰਦੀ। ਹਾਂਜੀ। ਅਤੇ ਕਵਿਤਾ ਤੋਂ ਬਾਅਦ ਤੁਸੀਂ ਇੱਕ ਨਾਵਲ ਵੀ ਲਿਖਿਆ ਹੈ ਚਾਨਣ ਦਾ ਰਾਹੀ,
ਤੇ ਚਾਨਣ ਦੇ ਰਾਹੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਨਾਵਲ ਚਾਨਣ ਦਾ ਰਾਹੀ ਮੇਰਾ ਪਹਿਲਾ ਨਾਵਲ ਹੈ ਔਰ ਇਸ ਦਾ ਜਿਹੜਾ ਪਾਤਰ ਹੈ ਉਹ ਇੱਕ ਟੈਕਸੀ ਡਰਾਈਵਰ ਆ। ਤੇ ਆਮ ਤੌਰ 'ਤੇ ਡਰਾਈਵਰੀ ਦਾ ਕਿੱਤਾ ਮੈਂ ਇਹਦੇ ਵਿੱਚ ਲਿਖਿਆ ਵੀ ਹੈ ਮੁੱਖ ਬੰਦ ਦੇ ਵਿੱਚ ਕਿ ਉਹ ਅਣਗੌਲਿਆ ਰਿਹਾ ਹੈ ਔਰ ਅਸੀਂ ਬਹੁਤਾ ਧਿਆਨ ਨਹੀਂ ਦੇ ਪਾਉਂਦੇ ਉਹਦੇ ਵਿੱਚ। ਪਰ ਜਿਸ ਤਰ੍ਹਾਂ ਕਹਿੰਦੇ ਆ ਕਿ ਇਨਸਾਨ ਜਿਹੜੇ ਹੈਗੇ ਆ ਜਾਂ ਇਨਸਾਨੀਅਤ ਹੈ ਉਹ ਹਰੇਕ ਪਾਸੇ ਆ, ਕਿੱਤਾ ਚਾਹੇ ਕੋਈ ਵੀ ਹੋਵੇ। ਸੋ ਮੈਂ ਇਸ ਨਾਵਲ ਦੇ ਵਿੱਚ ਚਾਨਣ ਦਾ ਰਾਹੀ ਵਿੱਚ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਉਸ ਦੇ ਉਹ ਕਿਸ ਤਰ੍ਹਾਂ ਜਿਉ ਰਿਹਾ ਹੈ ਜਾਂ ਕਿਸ ਤਰ੍ਹਾਂ ਉਹ ਸੋਚਦਾ ਹੈ, ਸਮਾਜ ਬਾਰੇ ਉਹਦੀ ਕਿਸ ਤਰ੍ਹਾਂ ਦੀ ਸੋਚ ਹੈ, ਘਰ ਪਰਿਵਾਰ ਬਾਰੇ ਕਿਸ ਤਰ੍ਹਾਂ ਦੀ ਸੋਚ ਹੈ। ਸੋ ਉਸ ਸੋਚ ਨੂੰ ਲੈ ਕੇ ਉਹਦੇ ਵਧੀਆ ਚਰਿੱਤਰ ਨੂੰ ਉਘਾੜਨ ਦਾ ਇੱਕ ਯਤਨ ਕਰਿਆ ਹੈ ਔਰ ਇਸ ਨਾਵਲ ਦੇ ਵਿੱਚ ਉਹਦੀ ਜਿਹੜੀ ਚੰਗਾ ਪੱਖ ਹੈ, ਚਾਨਣ ਵਿਖੇਰਨ ਵਾਲਾ, ਉਹੀ ਇਹਦੇ ਵਿੱਚ ਮੈਂ ਲਿਆ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਸੰਘਰਸ਼ ਕਰਦਾ ਹੈ, ਸੰਘਰਸ਼ ਕਰਕੇ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਵਧੀਆ ਜੀਉ ਸਕਦਾ ਹੈ, ਆਪਣੇ ਪਰਿਵਾਰ ਦੇ ਨਾਲ ਵਧੀਆ ਸਮਾਜ ਦੇ ਨਾਲ ਰਹਿ ਸਕਦਾ ਹੈ। ਸੋ ਇਹ ਸਾਰੀ ਕਹਾਣੀ ਉਸ ਪਾਤਰ ਗੁਰਦੇਵ ਦੀ ਹੈ ਜੋ ਕਿ ਇੱਕ ਟੈਕਸੀ ਡਰਾਈਵਰ। ਬਹੁਤ ਅੱਛਾ ਲੱਗਿਆ ਆਪਣਾ ਸਤਵਿੰਦਰ ਜੀ, ਤੁਸੀਂ ਬਾਲ ਸਾਹਿਤ ਤੋਂ ਕਵਿਤਾ, ਕਵਿਤਾ ਤੋਂ ਜੀਵਨੀ, ਨਾਵਲ, ਬਹੁਤ ਸਾਰੀਆਂ ਵਿਧਾਵਾਂ ਦੇ ਵਿੱਚ ਕੰਮ ਕੀਤਾ ਹੈ। ਜਿਸ ਤਰ੍ਹਾਂ ਤੁਸੀਂ ਮਿੰਨੀ ਕਹਾਣੀ ਦੀ ਗੱਲ ਕੀਤੀ ਆ, ਤੁਸੀਂ ਕਿਹਾ ਕਿ ਤੁਸੀਂ ਬਹੁਤੀਆਂ ਮਿੰਨੀ ਕਹਾਣੀਆਂ ਨਹੀਂ ਲਿਖੀਆਂ। ਕੀ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀ ਮਿੰਨੀ ਕਹਾਣੀ ਹੈ ਉਸ ਦਾ ਕੋਈ ਭਵਿੱਖ ਨਹੀਂ ਹੈ, ਜਾਂ ਉਸ ਦੇ ਵਿੱਚ ਤੁਸੀਂ ਆਪਣੀ ਗੱਲ ਸਹੀ ਤੌਰ 'ਤੇ ਨਹੀਂ ਕਹਿ ਪਾਏ? ਦੇਖੋ, ਮੇਰੀਆਂ ਵੱਡੀਆਂ ਕਹਾਣੀਆਂ ਹੈਗੀਆਂ ਤੇ ਉਹਨਾਂ ਦੀ ਇੱਕ ਕਿਤਾਬ ਮੈਂ ਤਿਆਰ ਕਰ ਰਿਹਾ, ਪਰ ਜਿੱਥੇ ਤੱਕ ਮਿੰਨੀ ਕਹਾਣੀ ਦਾ ਹੈਗਾ, ਇਹ ਨਹੀਂ ਹੈਗਾ ਵੀ ਉਹ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਮਿੰਨੀ ਕਹਾਣੀ ਕੋਈ ਵਿਧਾ ਨਹੀਂ ਹੈ ਜਾਂ ਉਹਦੇ ਨਾਲ ਹੀ ਗੱਲ ਨਹੀਂ ਕਰੀ ਜਾ ਸਕਦੀ। ਉਹਦੇ ਰਾਹੀਂ ਵੀ ਗੱਲ ਕੀਤੀ ਜਾ ਸਕਦੀ ਹੈ, ਪਰ ਜਦੋਂ ਵਿਸਥਾਰ ਦੀ ਲੋੜ ਹੋਵੇ ਤਾਂ ਉਸ ਮੌਕੇ ਜਦੋਂ ਅਸੀਂ ਖੁੱਲ੍ਹ ਕੇ ਉਸ ਵਿਸ਼ੇ ਬਾਰੇ ਲਿਖਣਾ ਹੋਵੇ ਤਾਂ ਫਿਰ ਸਾਨੂੰ ਵੱਡੀ ਕਹਾਣੀ ਨੂੰ ਹੀ ਹੱਥ ਪਾਉਣਾ ਪੈਂਦਾ ਹੈ। ਪਰ ਮਿੰਨੀ ਕਹਾਣੀ ਜਿਹੜੀ ਹੈਗੀ ਆ ਉਹ ਆਪਣਾ ਇੱਕ ਲਖਤ ਪ੍ਰਭਾਵ ਜਿਹੜਾ ਹੈਗਾ ਉਹ ਪਾਠਕ 'ਤੇ ਛੱਡਦੀ ਹੈ ਔਰ ਬੜੇ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਕਹਾਣੀ ਨੂੰ ਪੜ੍ਹ ਸਕਦੇ ਹਾਂ। ਬਹੁਤ ਸਾਰੀਆਂ ਮਿੰਨੀ ਕਹਾਣੀਆਂ ਜਿਹੜੀਆਂ ਛਪ ਰਹੀਆਂ, ਲਿਖ ਵੀ ਰਹੇ ਹਾਂ ਲੇਖਕ, ਅਤੇ ਵਧੀਆ ਹੁੰਦੀਆਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮੈਂ ਵੀ ਲਿਖੀਆਂ, ਪਰ ਪਤਾ ਨਹੀਂ ਕਿਉਂ ਮੈਂ ਜਾਣੀ ਉੱਧਰ ਨੂੰ ਨਹੀਂ ਇੰਨਾ। ਹੁਣ ਵੀ ਵੈਸੇ ਲਿਖ ਲੈਂਦਾ, ਮੈਂ ਕਦੇ ਕਦਾਰ ਲਿਖਦਾ ਪਰ ਘੱਟ, ਕਿਉਂਕਿ ਮੇਰੀ ਜ਼ਿਆਦਾ ਹੁਣ ਰੁਚੀ ਥੋੜ੍ਹੀ ਜਿਹੀ ਵੱਡੀਆਂ ਕਹਾਣੀਆਂ ਵੱਲ ਆ। ਸੋ ਇਸ ਕਰਕੇ ਮੈਂ ਵੱਡੀਆਂ ਕਹਾਣੀਆਂ ਜਿਹੜੀਆਂ ਹੈ ਉਹ ਹੁਣ ਵੱਧ ਲਿਖੀਆਂ ਅਤੇ ਉਹਨਾਂ ਦੀ ਇੱਕ ਕਿਤਾਬ ਤਿਆਰ ਕਰ ਰਿਹਾ। ਅਤੇ ਜਦੋਂ ਤੁਸੀਂ ਸਾਹਿਤ ਦੇ ਖੇਤਰ ਵਿੱਚ ਵਿਚਰੇ ਹੋ ਤਾਂ ਤੁਸੀਂ ਕਈ ਸਾਹਿਤ ਸਭਾਵਾਂ ਦੇ ਵਿੱਚ ਵੀ ਗਏ ਹੋ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਤੁਸੀਂ ਪੰਜਾਬੀ ਸਾਹਿਤ ਸਭਾ ਰਜਿਸਟਰਡ ਖਰੜ ਦੇ ਜਨਰਲ ਸੈਕਟਰੀ ਵੀ ਹੋ। ਅਤੇ ਸਾਹਿਤ ਸਭਾਵਾਂ ਦਾ ਤੁਹਾਡੇ ਸਾਹਿਤ ਸਿਰਜਣ ਦੇ ਵਿੱਚ ਕੀ ਰੋਲ ਹੈ? ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਪਹਿਲਾਂ ਮੈਂ ਜਦੋਂ ਕੁਰਾਲੀ ਪੜ੍ਹਦਾ ਸੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ, ਤਾਂ ਉਸ ਸਮੇਂ ਜਿਹੜੀ ਉਹ ਸਭਾ ਹੈ ਪੰਜਾਬੀ ਲਿਖਾਰੀ ਸਭਾ, ਉਹ ਹੋਂਦ ਦੇ ਵਿੱਚ ਆਈ ਹੋਈ ਸੀ ਅਤੇ ਉਹਦੀਆਂ ਮੀਟਿੰਗਾਂ ਹੁੰਦੀਆਂ ਤੀਆਂ। ਅਤੇ ਪਹਿਲੀ ਵਾਰ ਮੈਂ ਉਸ ਸਭਾ ਦੇ ਵਿੱਚ ਹੀ ਜੁੜਿਆ ਅਤੇ ਉਹਦਾ ਪ੍ਰੈਸ ਸੈਕਟਰੀ ਮੈਂ ਰਿਹਾ ਸਭਾ ਦਾ, ਜਦੋਂ ਮੈਂ ਪੜ੍ਹਦਾ ਸੀ +2 ਦੇ ਵਿੱਚ। ਅਤੇ ਉਸ ਸਭਾ ਦਾ ਮੈਨੂੰ ਬੜਾ ਯੋਗਦਾਨ ਰਿਹਾ, ਕਿਉਂਕਿ ਵੱਖ-ਵੱਖ ਸਾਹਿਤਕਾਰਾਂ ਦੇ ਨਾਲ ਮੈਨੂੰ ਵਿਚਰਨ ਦਾ, ਉਹਨਾਂ ਦੀ ਰਚਨਾ ਨੂੰ ਸੁਣਨ ਦਾ, ਅਨੁਭਵ ਜਾਣਨ ਦਾ ਮੈਨੂੰ ਮੌਕਾ ਮਿਲਿਆ। ਅਤੇ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਗੱਲ ਹੈ ਕਿ ਜਿਹੜੀ ਅਸੀਂ ਸਾਹਿਤਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੁੰਦੇ ਹਾਂ ਔਰ ਸਾਹਿਤ ਦੀ ਸੇਵਾ ਹੀ ਕਰਦੀਆਂ ਸਭਾਵਾਂ, ਔਰ ਲੇਖਕ ਦਾ ਮੇਲ ਜੋਲ ਆਪਣੇ ਸਾਥੀਆਂ ਦੇ ਨਾਲ ਬਣਿਆ ਰਹਿੰਦਾ, ਉਹਦਾ ਘੇਰਾ ਵੀ ਵਿਸ਼ਾਲ ਰਹਿੰਦਾ, ਵੱਧ ਤੋਂ ਵੱਧ ਉਹ ਸਾਹਿਤਕਾਰਾਂ ਨੂੰ ਮਿਲਦਾ ਹੈ, ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦਾ ਹੈ ਤਾਂ ਉਹਨੂੰ ਪ੍ਰੇਰਨਾ ਜ਼ਰੂਰ ਮਿਲਦੀ ਹੈ। ਸਤਵਿੰਦਰ ਜੀ, ਕੀ ਜਿਹੜੀਆਂ ਸਾਹਿਤ ਸਭਾਵਾਂ ਨੇ, ਖਾਸ ਤੌਰ 'ਤੇ ਪੰਜਾਬ ਦੀਆਂ ਸਾਹਿਤ ਸਭਾਵਾਂ, ਇਹਨਾਂ ਦੇ ਵਿੱਚ ਰਾਜਨੀਤੀ ਭਾਰੂ ਹੋ ਜਾਂਦੀ ਹੈ ਕਿ ਲੇਖਕ ਇੱਕ ਦੂਜੇ ਦੇ ਨਾਲ ਈਰਖਾਬਾਜ਼ੀ ਕਰਦੇ ਆ, ਜਾਂ ਕਿਸੇ ਦੀ ਚੜ੍ਹਤ ਨੂੰ ਦੇਖ ਕੇ ਕੋਈ ਗੱਲਾਂ ਬਣਾਉਂਦੇ ਆ, ਜਾਂ ਕਿਸ ਤਰ੍ਹਾਂ ਦੀ ਉਹਨਾਂ ਦਾ ਵਿਵਹਾਰ ਦੇ ਵਿੱਚ ਇੱਕ ਤਬਦੀਲੀ ਆ ਜਾਂਦੀ ਹੈ। ਕਈ ਵਾਰੀ ਜਿਹੜਾ ਲੇਖਕ ਹੈ ਉਹ ਨਿਰਾਸ਼ ਵੀ ਹੋ ਜਾਂਦਾ ਹੈ ਕਿ ਮੈਂ ਕਿਹਨਾਂ ਬੰਦਿਆਂ ਵਿੱਚ ਆ ਗਿਆ, ਜਾਂ ਮੈਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਫਸ ਗਿਆ। ਤਾਂ ਫਿਰ ਵੀ ਜਿਹੜੀ ਸਾਹਿਤ ਸਭਾਵਾਂ ਦੀ ਜਿਹੜੀ ਰਾਜਨੀਤੀ ਆ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਤੁਹਾਡੀ ਗੱਲ ਇਹ ਸਹੀ ਆ, ਕਿਉਂਕਿ ਸਾਹਿਤ ਤੋਂ ਬਿਨਾਂ ਹੋਰ ਪਾਸੇ ਵੀ ਰਾਜਨੀਤੀ ਦਾ ਦਖਲ ਹੈਗਾ ਅਤੇ ਸਾਡੀਆਂ ਸਭਾਵਾਂ ਦੇ ਵਿੱਚ ਵੀ ਹੈ। ਅਤੇ ਛੋਟੀਆਂ-ਛੋਟੀਆਂ ਗੱਲਾਂ, ਵੱਡੀਆਂ-ਵੱਡੀਆਂ ਗੱਲਾਂ ਦੇ ਵਿੱਚ ਪੈ ਕੇ ਲੇਖਕ ਜਿਹੜੇ ਹੈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਅਣਬਣ ਵੀ ਹੁੰਦੀ ਰਹਿੰਦੀ ਹੈ। ਪਰ ਜਿੱਥੇ ਤੱਕ ਸਾਹਿਤ ਸਭਾਵਾਂ ਦਾ ਕੰਮ ਹੈ, ਉਹ ਸਾਹਿਤ ਦਾ ਪਸਾਰ ਹੈ। ਮਾਂ ਬੋਲੀ ਨੂੰ ਵੱਧ ਤੋਂ ਵੱਧ
ਪ੍ਰਚਾਰਨ ਦਾ ਹੈ। ਸੋ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਜਾਂ ਕਿਤੇ ਵੀ ਹੈਗੀ ਆ ਤਾਂ ਉਹ ਬਹੁਤਾ ਉਹਦਾ ਪ੍ਰਭਾਵ ਵਧੀਆ ਨਹੀਂ ਜਾਂਦਾ। ਸੋ ਸਾਨੂੰ ਸਾਹਿਤਕਾਰਾਂ ਦਾ ਸਾਡਾ ਇਹੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਰਹੀਏ, ਇੱਕ ਦੂਜੇ ਦੇ ਪ੍ਰੇਰਨਾ ਸਰੋਤ ਬਣੀਏ, ਔਰ ਇੱਕ ਜੇ ਅਸੀਂ ਆਲੋਚਨਾ ਵੀ ਕਿਸੇ ਦੀ ਕਰਨੀ ਆ ਤਾਂ ਉਹ ਵੀ ਨਿਰਪੱਖ ਹੋਣੀ ਚਾਹੀਦੀ ਹੈ ਔਰ ਸਕਾਰਾਤਮਕ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਜੋ ਲੇਖਕ ਜਿਹੜਾ ਹੈ ਉਹ ਸਿੱਖ ਸਕੇ ਔਰ ਆਪਣੀ ਆਉਣ ਵਾਲੀ ਰਚਨਾ ਦੇ ਵਿੱਚ ਸੁਧਾਰ ਕਰ ਸਕੇ। ਔਰ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੋ ਰਹੀ ਹੈ ਜਾਂ ਕੁਝ ਵੀ ਹੈ, ਇਹ ਇੱਕ ਮਾੜੀ ਗੱਲ ਹੈ। ਮੇਰੇ ਖਿਆਲ ਵੀ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ। ਸਤਵਿੰਦਰ ਜੀ, ਹੁਣੇ ਤੁਸੀਂ ਆਲੋਚਨਾ ਦੀ ਗੱਲ ਕੀਤੀ ਆ। ਤੁਸੀਂ ਹੁਣ ਤੱਕ ਜਿੰਨਾ ਵੀ ਸਾਹਿਤ ਸਿਰਜਿਆ ਹੈ, ਇਸ ਦੇ ਵਿੱਚ ਆਲੋਚਕਾਂ ਨੇ ਤੁਹਾਡੇ ਸਾਹਿਤ ਨੂੰ ਕਿਸ ਤਰ੍ਹਾਂ ਲਿਆ? ਦੇਖੋ, ਮੇਰੀ ਬਾਕੀ ਕਿਤਾਬਾਂ 'ਤੇ ਤਾਂ ਨਹੀਂ, ਪਰ 2 ਕਿਤਾਬਾਂ ਮੇਰੀਆਂ ਜਿਹੜੀਆਂ ਹੁਣੇ ਛਪੀਆਂ, ਇੱਕ ਤਾਂ ਨਾਵਲ ਹੈ। ਨਾਵਲ 'ਤੇ ਕਾਫੀ ਆਲੋਚਨਾਤਮਕ ਵਿਚਾਰ ਜਿਹੜੇ ਹੈ ਉਹ ਮੈਨੂੰ ਸੁਣਨ ਨੂੰ ਮਿਲੇ ਆ। ਉਹਦੇ ਵਿੱਚ ਚੰਗੇ ਮਾੜੇ ਪ੍ਰਭਾਵ ਦੱਸੇ ਗਏ ਆ, ਜਿਹਦੇ ਤੋਂ ਮੈਨੂੰ ਪਤਾ ਵੀ ਲੱਗਿਆ ਕਿ ਇਹਦੀਆਂ ਘਾਟਾਂ ਕਿਹੜੀਆਂ ਜਾਂ ਮੈਨੂੰ ਹੋਰ ਅੱਗੇ ਨੂੰ ਕਿਵੇਂ ਸੁਧਾਰ ਕਰਨਾ ਚਾਹੀਦਾ ਹੈ। ਅੱਛਾ ਲੱਗਦਾ ਜਦੋਂ ਕੋਈ ਵਿਚਾਰ ਤੁਹਾਡੀ ਰਚਨਾ 'ਤੇ ਦਿੱਤਾ ਜਾਂਦਾ ਹੋਵੇ ਔਰ ਉਹ ਵਧੀਆ ਹੋਵੇ, ਤਾਂ ਆਲੋਚਨਾ ਭਾਵੇਂ ਬੇਸ਼ੱਕ ਹੋਵੇ, ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਨਿਰਪੱਖਤਾ ਦੇ ਨਾਲ, ਕਿ ਲੇਖਕ ਨੂੰ ਵਾਕਈ ਪਤਾ ਲੱਗੇ ਕਿ ਹਾਂ, ਜੇ ਮੈਂ ਕੁਛ ਇਹਦੇ ਵਿੱਚ ਚੰਗਾ ਕਰਿਆ ਤਾਂ ਕਿਹੜਾ ਹੈ, ਜੇ ਕੁਛ ਮੈਂ ਨਹੀਂ ਵਧੀਆ ਕਰ ਸਕਿਆ ਤਾਂ ਮੈਨੂੰ ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਅਤੇ ਮੇਰੀ ਜਿਹੜੀ ਦੂਜੀ ਕਿਤਾਬ ਹੈ ਅਨੰਤ ਵਿਸਥਾਰ, ਇਹਦੇ 'ਤੇ ਮੈਨੂੰ ਸਾਰਾ ਹੀ ਵਧੀਆ ਵਿਚਾਰ ਵੱਡੇ ਵੱਡੇ ਲੇਖਕਾਂ ਦੇ ਉਹ ਮੈਨੂੰ ਫੋਨ ਆਏ ਆ ਜਦੋਂ ਉਹਨਾਂ ਨੇ ਰਚਨਾ ਪੜ੍ਹੀ ਆ, ਅਤੇ ਮੈਨੂੰ ਬੜਾ ਚੰਗਾ ਲੱਗਿਆ, ਮੈਨੂੰ ਉਤਸ਼ਾਹ ਮਿਲਿਆ ਇਸ ਤੋਂ। ਬਹੁਤ ਅੱਛੀ ਗੱਲ ਆ ਸਤਵਿੰਦਰ ਜੀ। ਅਤੇ ਤੁਹਾਨੂੰ ਸਾਹਿਤ ਦੇ ਖੇਤਰ ਦੇ ਵਿੱਚ ਅਤੇ ਅਧਿਆਪਨ ਦੇ ਖੇਤਰ ਦੇ ਵਿੱਚ ਵੀ ਸਨਮਾਨ ਪ੍ਰਾਪਤ ਹੋਏ ਆ, ਜਿਵੇਂ ਕਿ ਅਧਿਆਪਨ ਦੇ ਖੇਤਰ ਵਿੱਚ ਤੁਹਾਨੂੰ ਅਧਿਆਪਕ ਰਾਜ ਪੁਰਸਕਾਰ ਵੀ ਮਿਲਿਆ ਹੈ, ਅਤੇ ਉਸ ਦੇ ਵਿੱਚ ਵੀ ਤੁਹਾਡੇ ਰਚੇ ਹੋਏ ਸਾਹਿਤ ਦਾ ਜ਼ਰੂਰ ਯੋਗਦਾਨ ਹੋਏਗਾ। ਅਤੇ ਜੋ ਤੁਹਾਨੂੰ ਹੋਰ ਮਾਣ ਸਨਮਾਨ ਮਿਲੇ ਹਨ, ਉਹਨਾਂ ਦੇ ਬਾਰੇ ਜਾਣਕਾਰੀ ਦਿਓ। ਦੇਖੋ, ਬੜੀ ਕਿਰਪਾ ਰਹੀ ਹੈ ਪਰਮਾਤਮਾ ਦੀ। ਮੈਨੂੰ ਲੱਗਦਾ ਹੈ ਕਿ ਮੈਂ ਇੰਨਾ ਕੰਮ ਨਹੀਂ ਕਰ ਸਕਿਆ ਜਿੰਨਾ ਮੈਨੂੰ ਮਾਣ ਸਨਮਾਨ ਮਿਲਿਆ। ਬਹੁਤ ਸਾਰੇ ਮੇਰੇ ਪਿੰਡ ਦੇ ਜਿਹੜੇ ਖੇਡ ਕਲੱਬਾਂ, ਉਹਨਾਂ ਨੇ ਮੇਰੇ ਸਮਾਜ ਦੇ ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਯੋਗਦਾਨ ਨੂੰ ਦੇਖਦੇ ਹੋਏ ਮੈਨੂੰ ਬੜੇ ਮਾਣ ਸਨਮਾਨ ਦਿੱਤੇ ਆ। ਰੋਟਰੀ ਕਲੱਬ, ਭਾਰਤੀ ਵਿਕਾਸ ਪ੍ਰੀਸ਼ਦ ਅਤੇ ਸਰਕਾਰੀ ਤੌਰ 'ਤੇ ਵੀ ਬਹੁਤ ਸਾਰੇ ਮੈਨੂੰ ਮਾਣ ਸਨਮਾਨ ਜਿਹੜੇ ਹੈ ਮਿਲੇ। ਅਤੇ ਪਿੱਛੇ ਜਿਹੇ ਹੀ ਮੈਨੂੰ ਜਿਹੜਾ ਹੈਗਾ ਉਹ ਭਾਈ ਜੈਤਾ ਜੀ, ਡਾਇਨਾਮਿਕ ਗਰੁੱਪ ਆਫ ਰੰਗਰੇਟਾਜ਼, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਸਟੇਟ ਲੈਵਲ ਦਾ। ਭਾਈ ਜੈਤਾ ਜੀ ਅਵਾਰਡ ਮਿਲਿਆ। ਔਰ ਇੱਕ ਹੁਣੇ ਮੇਰੀ ਪੁਸਤਕ ਨੂੰ ਪੁਰਸਕਾਰ ਜਿਹੜਾ ਹੈਗਾ ਉਹ ਪੁਆਧੀ ਸੱਥ ਮੋਹਾਲੀ ਵੱਲੋਂ, ਜਿਸ ਦੇ ਕਿ ਮੁਖੀ ਸਰਦਾਰ ਮਨਮੋਹਨ ਸਿੰਘ ਦਾਊਂ ਜੀ ਆ, ਔਰ ਉਹਨਾਂ ਨੇ ਮੇਰੀ ਕਿਤਾਬ ਅੱਖੀਂ ਡਿੱਠੇ ਰੰਗਲੇ ਪੰਛੀ ਨੂੰ ਪੁਆਧੀ ਪੁਸਤਕ ਪੁਰਸਕਾਰ ਦੇ ਕੇ ਨਿਵਾਜਿਆ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ। ਬਹੁਤ ਅੱਛੀ ਗੱਲ ਆ ਜੀ, ਤੁਹਾਨੂੰ ਵੱਡੇ ਮਾਣ ਸਨਮਾਨ ਪ੍ਰਾਪਤ ਹੋਏ ਆ। ਸਤਵਿੰਦਰ ਜੀ, ਮੈਂ ਇੱਕ ਤੁਹਾਡੇ ਕੋਲੋਂ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਕਿ ਜਿਵੇਂ ਸਾਹਿਤ ਨੂੰ ਆਲੋਚਕਾਂ ਵੱਲੋਂ ਜਾਂ ਸਾਡੇ ਜੋ ਵੱਡੇ ਧੁਰੰਤਰ ਲੇਖਕ ਹਨ ਕਿ ਦਲਿਤ ਸਾਹਿਤ ਜਾਂ ਨਾਰੀ ਸਾਹਿਤ ਜਾਂ ਪੁਰਸ਼ ਸਾਹਿਤ ਜਾਂ ਇਸ ਤਰ੍ਹਾਂ ਦੀ ਕੈਟਾਗਰੀਆਂ ਵਿੱਚ ਵੰਡਿਆ ਹੋਇਆ, ਕੀ ਤੁਸੀਂ ਇਸ ਨੂੰ ਯੋਗ ਸਮਝਦੇ ਹੋ ਕਿ ਸਾਹਿਤ ਨੂੰ ਅਸੀਂ ਇਸ ਤਰ੍ਹਾਂ ਖਾਨਿਆਂ ਦੇ ਵਿੱਚ ਵੰਡ ਕੇ ਦੇਖੀਏ? ਦੇਖੋ, ਇਹ ਆਪਣਾ ਸੋਚਣ ਦਾ ਹੀ ਢੰਗ ਆ, ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਹੈ, ਜੇ ਆਪਾਂ ਗੱਲ ਕਹਾਣੀ ਦੀ ਉਹ ਕਰੀਏ ਤਾਂ ਬਹੁਤ ਸਾਰੀਆਂ ਪੁਸਤਕਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹਦੇ ਵਿੱਚ ਦਲਿਤ ਵਰਗ ਦੇ ਨਾਲ ਜਾਂ ਨਪੀੜੇ ਗਏ ਲੋਕਾਂ ਦੇ ਬਾਰੇ ਵਿੱਚ ਗੱਲਬਾਤ ਕੀਤੀ ਜਾਂਦੀ ਆ, ਪਰ ਉਸ ਨੂੰ ਆਪਾਂ ਦਲਿਤ ਸਾਹਿਤ ਦਾ ਦਰਜਾ ਨਹੀਂ ਦਿੰਦੇ। ਪਰ ਕੁਝ ਪੁਸਤਕਾਂ ਜਿਹੜੀਆਂ ਹੈਗੀਆਂ ਉਹ ਸਪੈਸ਼ਲ ਹੀ ਇਸ ਤਰ੍ਹਾਂ ਦੀ ਇੱਕ ਵਿਧੀ ਬਣਾ ਕੇ ਰਚੀਆਂ ਜਾਂਦੀਆਂ ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਉਸ ਵਰਗ ਦੀ ਗੱਲ ਕੀਤੀ ਜਾਂਦੀ ਆ, ਅਤੇ ਉਹਨੂੰ ਸਪੈਸ਼ਲ ਇਹ ਦਰਜਾ ਦਿੱਤਾ ਜਾਂਦਾ ਕਿ ਇਹ ਦਲਿਤ ਸਾਹਿਤ ਹੈ, ਜਾਂ ਜਿਹਦੇ ਵਿੱਚ ਨਾਰੀ ਬਾਰੇ ਹੀ ਕੋਈ ਗੱਲ ਕਰੀ ਗਈ ਹੋਵੇ ਕਿ ਨਾਰੀ ਦੇ ਨਾਲ ਸੰਬੰਧਿਤ ਹੈ। ਅਤੇ ਵੈਸੇ ਤੁਹਾਡੀ ਚਲੋ ਗੱਲ ਠੀਕ ਹੈ ਕਿ ਸਾਹਿਤ ਤਾਂ ਸਾਹਿਤ ਆ, ਅਤੇ ਜੇ ਅਸੀਂ ਨਾ ਵੀ ਉਹਨੂੰ ਕਿਸੇ ਕੈਟਾਗਰੀ ਦੇ ਵਿੱਚ ਰੱਖੀਏ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਚਲੋ, ਆਲੋਚਕ ਜਾਂ ਸਾਡੇ ਸਾਹਿਤਕਾਰ ਇਸ ਤਰ੍ਹਾਂ ਦੇ ਕਰ ਰਹੇ ਆ ਤਾਂ ਉਹਨਾਂ ਦੀ ਆਪਣੀ ਸੋਚ ਆ। ਅਤੇ ਤੁਹਾਡਾ ਹੁਣ ਅਗਲਾ ਪਲਾਨ ਕੀ ਹੈ? ਤੁਸੀਂ ਜਿਵੇਂ ਬਾਲ ਸਾਹਿਤ ਲਿਖਿਆ, ਪੰਛੀਆਂ ਦੇ ਬਾਰੇ ਲਿਖਿਆ, ਵਾਰਤਕ ਲਿਖੀ, ਜੀਵਨੀ ਲਿਖੀ, ਨਾਵਲ ਲਿਖਿਆ, ਮਿੰਨੀ ਕਹਾਣੀ ਵੀ ਲਿਖੀ, ਅਤੇ ਉਂਝ ਵੀ ਤੁਹਾਡੇ ਜਿਹੜੇ ਕੁਛ ਆਰਟੀਕਲ ਹੈਗੇ ਆ ਉਹ ਅਖਬਾਰਾਂ ਦੇ ਵਿੱਚ ਛਪਦੇ ਰਹਿੰਦੇ ਆ,
ਤੇ ਹੁਣ ਤੁਹਾਡਾ ਅਗਲਾ ਕੀ ਯੋਜਨਾ ਹੈ ਤੁਹਾਡੀ, ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਾਹਿਤ ਦੇ ਖੇਤਰ ਦੇ ਵਿੱਚ? ਦੇਖੋ, ਮੈਂ ਇੱਕ ਪੂਰਨ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਲਿਖੀ ਸੀ ਸਾਹਿਤ ਦੇ ਵਿੱਚ, ਅਤੇ ਮੇਰੇ ਦਿਮਾਗ ਦੇ ਵਿੱਚ ਪੂਰਨ ਜਿਹੜਾ ਹੈਗਾ ਉਹ ਇੱਕ ਪਾਤਰ ਦੁਬਾਰਾ ਉੱਭਰ ਰਿਹਾ ਹੈ, ਅਤੇ ਮੈਂ ਉਹਦੇ ਬਾਰੇ ਇੱਕ ਲੰਮੀ ਕਵਿਤਾ ਲਿਖ ਰਿਹਾ ਹਾਂ ਔਰ ਉਹ ਕਿਤਾਬ ਦੇ ਰੂਪ ਦੇ ਵਿੱਚ ਛਪੂਗੀ। ਅੱਧ ਪਛੱਧ ਮੈਂ ਉਹਦੀ ਰਚਨਾ ਕਰੀ ਹੈ ਅਤੇ ਬਾਕੀ ਮੈਂ ਉਹਨੂੰ ਲਿਖ ਰਿਹਾ ਹਾਂ। ਅਤੇ ਇੱਕ ਮੇਰੀ ਕਹਾਣੀਆਂ ਦੀ ਕਿਤਾਬ, ਵੱਡੀਆਂ ਕਹਾਣੀਆਂ ਦੀ ਕਿਤਾਬ, ਉਹ ਵੀ ਛੇਤੀ ਛਪੂਗੀ, ਕਿਉਂਕਿ ਬਹੁਤ ਸਾਰੀਆਂ ਕਹਾਣੀਆਂ ਮੇਰੀਆਂ ਮੈਂ ਲਿਖ ਕੇ ਉਹਨਾਂ ਨੂੰ ਟਾਈਪ ਕਰ ਲਿਆ, ਅਤੇ ਬਾਕੀ ਵੀ ਮੈਂ ਕਰ ਰਿਹਾ। ਅਤੇ ਇੱਕ ਕਿਤਾਬ ਮੈਂ ਬੱਚਿਆਂ ਬਾਰੇ ਜਿਹੜੀ ਹੈਗੀ ਆ, ਬੱਚਿਆਂ ਦੀਆਂ ਕਹਾਣੀਆਂ ਬਾਰੇ, ਜਿਹੜੀਆਂ ਮੇਰੀਆਂ ਪੰਖੜੀਆਂ ਦੇ ਵਿੱਚ ਪ੍ਰਾਇਮਰੀ ਸਿੱਖਿਆ ਜਾਂ ਹੋਰ ਪਾਸੇ ਛਪੀਆਂ ਬਾਲ ਕਹਾਣੀਆਂ, ਉਹਨਾਂ ਨੂੰ ਵੀ ਮੈਂ ਇੱਕ ਕਿਤਾਬ ਦਾ ਰੂਪ ਦੇਣਾ ਚਾਹੁੰਦਾ ਹਾਂ। ਬਹੁਤ ਅੱਛੀ ਗੱਲ ਹੈ ਜੀ। ਇਹ ਜੋ ਕੁਝ ਤੁਸੀਂ ਹੁਣ ਤੱਕ ਕੰਮ ਕੀਤਾ ਹੈ ਸਤਵਿੰਦਰ ਜੀ, ਕੀ ਤੁਸੀਂ ਉਹ ਤੋਂ ਸੰਤੁਸ਼ਟ ਹੋ ਜੋ ਕੁਝ ਤੁਸੀਂ ਕੰਮ ਕੀਤਾ ਹੈ? ਦੇਖੋ, ਜਿੰਨਾ ਕੁ ਮੈਂ ਕਰ ਸਕਿਆ, ਥੋੜ੍ਹਾ ਬਹੁਤਾ ਤਿਲ ਫੁੱਲ ਆ, ਕੋਈ ਬਹੁਤਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਵੱਡਾ ਕੋਈ ਉਹ ਕਰਿਆ, ਅਤੇ ਜਿੰਨਾ ਕੁ ਮੈਂ ਕੰਮ ਕਰਿਆ ਉਸ ਤੋਂ ਮੇਰਾ ਮਨ ਸੰਤੁਸ਼ਟ ਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਪਰ ਫਿਰ ਵੀ ਸੰਤੁਸ਼ਟੀ ਨਹੀਂ ਹੁੰਦੀ ਵਿਅਕਤੀ ਨੂੰ, ਇਸੇ ਲਈ ਉਹ ਅੱਗੇ ਲਿਖਣਾ ਚਾਹੁੰਦਾ ਹੈ। ਅਤੇ ਬਸ ਇਹੀ, ਜਿਸ ਤਰ੍ਹਾਂ ਦਾ ਅਨੁਭਵ ਬਾਕੀ ਲੇਖਕਾਂ ਦੇ ਨਾਲ ਆ, ਉਸ ਤਰ੍ਹਾਂ ਦਾ ਹੀ ਮੇਰੇ ਨਾਲ ਆ, ਕਿ ਜਿੰਨੀਆਂ ਰਚਨਾਵਾਂ ਮੈਂ ਲਿਖੀਆਂ ਉਹ ਚਲੋ ਠੀਕ ਆ, ਮੇਰਾ ਮਨ ਖੁਸ਼ ਆ ਉਹਨਾਂ ਤੋਂ, ਔਰ ਉਹ ਪਾਠਕਾਂ ਨੇ ਪਸੰਦ ਵੀ ਕਰੀਆਂ, ਚਾਹੇ ਬੱਚਿਆਂ ਦੀਆਂ ਜਾਂ ਵੱਡਿਆਂ ਦੀਆਂ। ਪਰ ਜਿਹੜੀਆਂ ਹੁਣ ਅਗਲੀ ਵਾਰ ਮੈਂ ਲਿਖ ਰਿਹਾ ਅਤੇ ਮੇਰੇ ਮਨ ਦੇ ਵਿੱਚ ਉਹਨਾਂ ਬਾਰੇ ਵੀ ਉਤਸ਼ਾਹ ਹੈ, ਅਤੇ ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਪਹਿਲਾਂ ਪਾਠਕਾਂ ਨੇ ਉਹ ਪੜ੍ਹੀਆਂ ਅਤੇ ਉਹ ਵੀ ਅੱਗੇ ਵੀ ਉਹਨਾਂ ਨੂੰ ਪਸੰਦ ਕਰਨ। ਬਹੁਤ ਅੱਛੀ ਗੱਲ ਆ ਸਤਵਿੰਦਰ ਜੀ, ਤੁਹਾਡੀ ਜੋ ਯੋਜਨਾਵਾਂ ਹਨ ਉਹ ਜ਼ਰੂਰ ਪੂਰੀਆਂ ਹੋਣਗੀਆਂ, ਅਤੇ ਤੁਸੀਂ ਕਿਹਾ ਕਿ ਸੰਤੁਸ਼ਟੀ ਤਾਂ ਮਨੁੱਖ ਨੂੰ ਕਦੇ ਹੁੰਦੀ ਨਹੀਂ ਹੈ, ਕਿਉਂਕਿ ਉਹ ਅੱਗੇ ਹੀ ਅੱਗੇ ਵੱਧਦਾ ਜਾਂਦਾ। ਸੋ ਹੁਣ ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਇੱਕ ਬਾਲ ਸਾਹਿਤ ਦੀ ਕਵਿਤਾ ਅਤੇ ਇੱਕ ਆਪਣੀ ਕੁਦਰਤ ਦੇ ਬਾਰੇ ਜਾਂ ਕੋਈ ਵੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੀ, ਤੁਹਾਨੂੰ ਮੈਂ ਬਾਲ ਸਾਹਿਤ ਦੀ ਆਪਣੀ ਪੁਸਤਕ ਸੋਹਣਾ ਮੇਰਾ ਪੰਜਾਬ ਬੇਲੀਓ ਦੇ ਵਿੱਚੋਂ ਇੱਕ ਰਚਨਾ ਸੁਣਾ ਦਿੰਦਾ, ਜਿਹੜਾ ਕਿ ਬੱਚੇ ਦਾ ਇੱਕ ਅਨੁਭਵ ਹੈ, ਆਪਣੇ ਸਕੂਲ ਨੂੰ ਉਹ ਕਿਸ ਤਰ੍ਹਾਂ ਪਿਆਰ ਕਰਦਾ ਹੈ। ਇੱਥੇ ਮੇਰਾ ਲੱਗਦਾ ਹੈ ਜੀ, ਜੀਵਨ ਦੇ ਇੱਥੇ ਸੋਹਣੇ ਗੁਰ ਆ ਕੇ ਸਿੱਖਦਾ ਹਾਂ, ਨੈਣਾ ਵਿੱਚ ਭਰਦਾ ਹਾਂ ਸੁਪਨੇ ਹਜ਼ਾਰ, ਇੱਥੇ ਜ਼ਿੰਦਗੀ ਦੀ ਪੱਕੀ ਹੋ ਰਹੀ ਨੀ ਮੇਰੇ ਹਾਣੀਆਂ, ਸਕੂਲ ਮੈਨੂੰ ਮੇਰਾ ਲੱਗੇ ਪਵਿੱਤਰ ਸਥਾਨ ਕੋਈ, ਇੱਥੇ ਮੇਰਾ ਲੱਗਦਾ ਹੈ ਜੀ ਮੇਰੇ ਹਾਣੀਆਂ, ਇੱਥੇ ਮੇਰਾ ਲੱਗਦਾ ਹੈ ਜੀ। ਵਿੱਦਿਆ ਪੜ੍ਹਾਈ ਨਾਲ, ਖੇਡਾਂ ਵੀ ਮੈਂ ਖੇਡਦਾ, ਸਮੇਂ ਦੀਆਂ ਪੈੜਾਂ ਨਾਲ ਪੈੜ ਜਾਵਾਂ ਮੇਲਦਾ, ਕਲਾ ਅਤੇ ਸੰਗੀਤ ਦੀ ਵੀ ਆਉਂਦੀ ਮੈਨੂੰ ਜਾਂਚ, ਇੱਥੇ ਮਿਲ ਰਹੀ ਜੀਵਨ ਉਦੇਸ਼ ਵਾਲੀ, ਹੌਲੀ ਹੌਲੀ ਆਪੇ ਮੈਨੂੰ ਲੀ ਮੇਰੇ ਹਾਣੀਆਂ, ਇੱਥੇ ਮੇਰਾ ਲੱਗਦਾ ਹੈ ਜੀ। ਸ਼ੁਕਰਗੁਜ਼ਾਰ ਮਾਪਿਆਂ ਦਾ ਬੜਾ, ਜਿਨ੍ਹਾਂ ਮੈਨੂੰ ਪੜ੍ਹਨੇ ਹੈ ਪਾਇਆ, ਘਰ ਵਿੱਚ ਦੇ ਕੇ ਰਜਮਾ ਪਿਆਰ, ਲੜ ਅਧਿਆਪਕਾਂ ਦੇ ਲਾਇਆ, ਆਪਣੇ ਪੁੱਤਾਂ ਦੇ ਵਾਂਗ ਮੈਨੂੰ ਮੰਨਦੇ ਨੇ ਗੁਰੂ ਮੇਰੇ, ਆਖਾਂ ਉਹਨਾਂ ਦਾ ਨਾ ਮੋੜਾਂ ਕਦੇ ਵੀ ਮੇਰੇ ਹਾਣੀਆਂ, ਇੱਥੇ ਮੇਰਾ ਲੱਗਦਾ ਹੈ ਜੀ। ਸੋਚਾਂ ਵੱਡਾ ਹੋ ਕੇ ਬਣਾ ਇੱਕ ਚੰਗਾ ਇਨਸਾਨ ਮੈਂ, ਜਿਹੜੇ ਮਿਟਦੇ ਨਾ ਕਦੇ ਐਸੇ ਛੱਡਦਾ ਨਿਸ਼ਾਨ ਮੈਂ, ਪ੍ਰੇਮ ਮਦਦ ਵਫਾ ਵਾਲੀ ਸਿੱਖ ਲਈ ਮੈਂ ਭਾਸ਼ਾ, ਇੱਥੇ ਹੋਰ ਜ਼ਿੰਦਗੀ 'ਚ ਚਾਹਵਾਂ ਦੱਸ ਕੀ ਮੇਰੇ ਹਾਣੀਆਂ, ਇੱਥੇ ਮੇਰਾ ਲੱਗਦਾ ਹੈ ਜੀ, ਇੱਥੇ ਮੇਰਾ ਲੱਗਦਾ ਹੈ। ਬਹੁਤ ਅੱਛੀ ਰਚਨਾ, ਬੱਚੇ ਨੂੰ ਸਕੂਲ ਜਾਣ ਦੇ ਲਈ ਪ੍ਰੇਰਿਤ ਕਰਦੀ ਤੁਹਾਡੀ ਕਵਿਤਾ ਹੈ, ਅਤੇ ਉਮੀਦ ਆ ਕਿ ਬਾਕੀ ਦੀਆਂ ਕਵਿਤਾਵਾਂ ਵੀ ਤੁਹਾਡੀਆਂ ਇਸੇ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦੀਆਂ ਹੋਣਗੀਆਂ। ਅਤੇ ਹੁਣ ਤੁਸੀਂ ਇੱਕ ਹੋਰ ਕਵਿਤਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹਾਂਜੀ, ਇਹ ਮੈਂ ਤੁਹਾਨੂੰ ਆਪਣੀ ਪੁਸਤਕ ਚੂੜੇ ਵਾਲੀ ਬਾਂਹ ਦੇ ਵਿੱਚੋਂ ਇੱਕ ਰਚਨਾ ਸੁਣਾ ਦਿੰਦਾ। ਤਸੱਲੀ। ਯੁੱਗ ਬਦਲ ਰਿਹਾ ਹੈ, ਯੁੱਗ ਬਦਲ ਗਿਆ ਹੈ, ਇੱਕ ਪੀੜ੍ਹੀ ਦੂਜੀ ਤੋਂ ਵਿਚਰ ਰਹੀ ਹੈ ਭਾਰੇ ਅੰਤਰਾਂ 'ਚ, ਪੁਰਾਣੇ ਸਮੇਂ ਦੀ ਗੱਲ ਨਾ ਮੇਚ ਆਉਂਦੀ ਛੇਤੀ ਨਵਿਆਂ ਸਮਿਆਂ ਦੇ। ਨਿੱਕਾ ਹੁੰਦਾ ਕੱਚਿਆਂ ਪਹਿਆਂ 'ਚ ਤੁਰਦਾ ਸਾਂ, ਦੌੜਦਾ ਸਾਂ, ਮਿੱਟੀ ਗਾਰੇ ਅੱਕ ਕਾਨਿਆਂ ਦੀਆਂ ਖੇਡਾਂ, ਖੇਤਾਂ ਦੀ ਮਹਿਕ ਰੰਗਤ ਭਰਦੀ ਰਹਿੰਦੀ ਬੂੰਦ ਬੂੰਦ ਹਿਰਦੇ 'ਚ ਸਾਹਾਂ 'ਚ। ਸਾਲ ਬਾਅਦ ਆਉਂਦੇ ਪਿੰਡ ਦੇ ਮਾੜੀ ਦੇ ਮੇਲੇ ਨੂੰ
ਕਿੰਨਾ ਬੇਸਬਰੀ ਨਾਲ ਉਡੀਕਦਾ, ਹਰ ਵਾਰ ਹਰ ਸਾਲ ਮਾਂ ਨਾਲ ਜਾਂਦਾ ਸੱਜ ਧੱਜ ਮੇਲੇ ਨੂੰ। ਵੱਡੀ ਭੈਣ ਗੁੱਡੀ ਖਰੀਦਦੀ, ਬਸ ਮੈਂ ਇੱਕੋ ਖਿਡੌਣਾ, ਚਾਬੀ ਨਾਲ ਚੱਲਣ ਵਾਲਾ ਟਰੈਕਟਰ। ਘਰ ਆ ਬਣਾਉਂਦਾ ਕੱਚੇ ਵਿਹੜੇ 'ਚ ਨਿੱਕੇ ਨਿੱਕੇ ਖੇਤ, ਪੱਤ ਸੱਤ ਘਾਹ ਫੂਸ ਇਕੱਠਾ ਕਰ ਉਗਾਉਂਦਾ ਝੂਠੀ ਮੁੱਠੀ ਦੀਆਂ ਫਸਲਾਂ। ਮਿੱਟੀ ਨੂੰ ਪਿਆਰਦਾ, ਵੱਧ ਗਈ ਉਮਰ ਪਰ ਪਿੰਡ ਦੀ ਮਿੱਟੀ, ਖੇਤਾਂ ਦੀ ਸੁਗੰਧ ਰਹੀ ਹਮੇਸ਼ਾ ਅੰਗ ਸੰਗ। ਸੋਚਿਆ ਕਰਦਾ, ਵੇਖ ਨਿੱਕਿਆਂ ਨੂੰ, ਕਿਤੇ ਆਪਣੀ ਮਿੱਟੀ ਤੋਂ ਬੇਮੁੱਖ ਤਾਂ ਨਾ ਹੋ ਜਾਓਗੇ। ਆਪਣੇ ਨਿੱਕੇ ਪੁੱਤਰਾਂ ਨੂੰ ਵੇਖਦਾ ਜਦੋਂ ਮਿੱਟੀ 'ਚ ਖੇਡਦੇ, ਰੇਤ ਦੇ ਘਰ ਬਣਾਉਂਦੇ, ਧਰਤੀ 'ਤੇ ਨਿੱਕੇ ਖੇਤ ਬਣਾਉਂਦੇ, ਬਲਦਾਂ ਨੂੰ ਹਿੱਕਣ ਦੀ ਆਵਾਜ਼ ਕੱਢਦੇ, ਲੱਕੜ ਦੇ ਟਰੈਕਟਰ ਨਾਲ ਹਲ ਵਾਹੁੰਦੇ, ਤਿੱਤਰਾਂ, ਮੋਰਾਂ, ਬੁਲਬੁਲਾਂ, ਟਟੀਰੀਆਂ, ਗੁਟਾਰਾਂ, ਚਿੜੀਆਂ ਤੇ ਘੁੱਗੀਆਂ ਨੂੰ ਪਛਾਣਦੇ ਜਾਣਦੇ, ਗਾਵਾਂ, ਭੇਡਾਂ, ਬੱਕਰੀਆਂ, ਮੱਝਾਂ, ਬਿੱਲੀਆਂ ਨੂੰ ਵੇਖਣ ਦੀ ਰੀਝ ਰੱਖਦੇ, ਵਾਹ ਜੀ ਵਾਹ। ਵੱਡਿਆਂ ਤੋਂ ਸੁਣ ਕੁਦਰਤ ਦੇ ਨਾਲ ਦੇਸੀ ਪੇਂਡੂ ਸ਼ਬਦ ਬੋਲਦੇ, ਚਾਚੇ ਨੂੰ ਚਾਚਾ, ਤਾਏ ਨੂੰ ਤਾਇਆ ਕਹਿੰਦੇ, ਤੇ ਮਾੜੀ ਦੇ ਮੇਲੇ ਤੋਂ ਆਪਣੇ ਬਾਪੂ ਜੀ ਤੋਂ ਖੇਡਣ ਲਈ ਟਰੈਕਟਰ ਟਰਾਲੀ ਦੀ ਮੰਗ ਕਰਦੇ ਤਾਂ ਤਸੱਲੀ ਹੋ ਜਾਂਦੀ ਹੈ ਮਨ ਨੂੰ। ਦਾਦਿਆਂ ਪੜਦਾਦਿਆਂ ਦੀ ਹੰਢਾਈ ਹੋਈ ਇਸ ਮਿੱਟੀ ਦੀ ਮਹਿਕ ਚੁਫੇਰੇ ਫੈਲਣ ਲੱਗਦੀ ਹੈ। ਵਾਹ ਜੀ ਵਾਹ, ਬਹੁਤ ਅੱਛੀ ਕਵਿਤਾ ਸਤਵਿੰਦਰ ਜੀ। ਬਹੁਤ ਵਧੀਆ ਲੱਗਿਆ ਸਤਵਿੰਦਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਇਸ ਚੈਨਲ ਦੇ ਵਾਸਤੇ ਇੰਨਾ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਵੀ ਤੁਹਾਡਾ, ਕਲਸੀ ਸਾਹਿਬ ਤੁਹਾਡਾ ਤੇ ਸਾਰੇ ਹੀ ਮਾਣਯੋਗ ਸਤਿਕਾਰਯੋਗ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਤੇ ਮੈਨੂੰ ਸੁਣਿਆ।